ऐ खुदा बंदा मैं तेरा बंदा, ऐ खुदा बंदा मैं तेरा बंदा। मैनू बचा ले हथ वधा ले, मैनू बचा ले हथ वधा ले, तू बहुत चंगा ऐ खुदा बंदा मैं तेरा बंदा, ऐ खुदा बंदा मैं तेरा बंदा। सुनिया है नाम तेरा है सच्चा, डूबे बेड़े थारा। सुनिया है नाम तेरा है सच्चा, डूबे बेड़े थारा। पापां दे पार हेठा दबिया नू बाजा रहे मारदा, ओ पापां दे पार हेठा दबिया नू बाजा रहे मारदा। मैं मस्कीन होया दीन, मैं मस्कीन होया दीन, दूर करी बंदा ऐ खुदा बंदा मैं तेरा बंदा, बंदा ऐ खुदा बंदा मैं तेरा बंदा। करे ना रद फरियादां नू एहो सिफत तेरी है, ओ करे ना रद फरियादां नू एहो सिफत तेरी है। आन दहलीज उत्ते डिग्या हो यसू, आन दहलीज उत्ते डिग्या एहो अर्ज मेरी है। करे ना रद फरियादां नू एहो सिफत तेरी है। आन दहलीज उत्ते डिग्या एहो अर्ज मेरी है। मैं मजबूर करी ना दूर, मैं मजबूर करी ना दूर, होवा ना शर्मिंदा ऐ खुदा बंदा मैं तेरा बंदा, बंदा ऐ खुदा बंदा मैं तेरा बंदा। मैनू बचा ले हथ वधा ले, मैनू बचा ले हथ वधा ले, तू बहुत चंगा ऐ खुदा बंदा मैं तेरा बंदा, बंदा ऐ खुदा बंदा मैं तेरा बंदा।
मैं गुनाह विच डिग्या कर फजल मेरे ते। मैं गुनाह विच डिग्या कर फजल मेरे ते। और कोई ना नजर आवे आस मैनू तेरी ते। यसू जी और कोई ना नजर आवे आस मैनू तेरे ते। मैं समंदर बेड़ी दे अंदर, मैं समंदर बेड़ी दे अंदर, मैं समंदर बेड़ी दे अंदर दूर बहुत कंडा ऐ खुदावंदा मैं तेरा बंदा। ऐ खुदावंदा मैं तेरा बंदा। मैनू बचा ले हथ वधा ले, 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 मैनू बचा ले हथ वधा ले। तू बहुत चंगा है खुदावंदा मैं तेरा बंदा। है खुदावंदा मैं तेरा बंदा, मैं तेरा बंदा, मैं तेरा बंदा, मैं तेरा बंदा, मैं तेरा बंदा। ਸੋ ਮੈਂ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ ਤੇ ਮੈਂ ਜੈ ਮਸੀਹ ਦੀ ਬੋਲਦਾ। ਸੋ ਸਾਰੇ ਜੋ ਭੈਣ ਭਰਾ, ਮਾਤਾ ਪਿਤਾ, ਦੋਸਤ ਮਿੱਤਰ ਔਰ ਦੂਰ ਦੁਰਾਡੇ ਦੇਸ਼ਾਂ 'ਚ ਬੈਠੇ ਨੇ ਔਰ ਅੱਜ ਪ੍ਰਭੂ ਦੀ ਦਇਆ ਕਿਰਪਾ ਉਹਨਾਂ 'ਤੇ ਖਾਸ ਕਾਰਨ ਕਰਕੇ ਹੈ ਕਿਉਂਕਿ ਪਰਮੇਸ਼ਰ ਉਹਨਾਂ ਦੇ ਜੀਵਨ 'ਚ ਵਾਸ ਕਰਦਾ ਹੈ। ਔਰ ਅੱਜ ਦਾ ਵਿਸ਼ਾ ਹੈ ਕਿ ਵੀ ਲਿਵ ਇਨ ਗੋਡ, ਅਸੀਂ ਪਰਮੇਸ਼ਰ ਦੇ ਵਿੱਚ ਵਾਸ ਕਰਦੇ ਹਾਂ। ਆਓ ਅਸੀਂ ਵੇਖੀਏ ਯਸ਼ਾਯਾ 48 ਦਾ 12 ਵਚਨ ਹੈ, ਯਕੂਬ हे ਇਜ਼ਰਾਈਲ ਔਰ ਮੇਰੇ ਸੱਦੇ ਹੋਏ ਮੇਰੀ ਸੁਣੋ, ਮੈਂ ਉਹੀ ਹਾਂ, ਮੈਂ ਆਦ ਹਾਂ ਤੇ ਮੈਂ ਅੰਤ ਹਾਂ। ਸੋ ਪ੍ਰਭੂ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਹੈ, ਇਸੇ ਕਰਕੇ ਉਹਨੇ ਬੋਲਿਆ ਹੈ ਕਿ ਮੈਂ ਅਲਫਾ ਹਾਂ ਤੇ ਮੈਂ ਓਮੇਗਾ ਹਾਂ ਔਰ ਮੈਂ ਆਦ ਤੇ ਅੰਤ ਹਾਂ। ਜਰਾ ਇਸ ਗੱਲ ਕਨੀ ਵਿਚਾਰ ਕਰੀਏ ਕਿ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਪਰਮੇਸ਼ਰ ਦੀ ਅਗਵਾਈ ਦੇ ਵਿੱਚ ਪਰਮੇਸ਼ਰ 'ਚ ਰਹਿੰਦਿਆਂ ਉਹ ਕੀਤੀ ਔਰ ਅਸੀਂ ਉਹਦੇ ਹਾਂ ਤੇ ਉਹ ਸਾਡੇ ਵਿੱਚ ਰਹਿੰਦਾ ਹੈ। ਜਦੋਂ ਅਸੀਂ ਇਹਨਾਂ ਗੱਲਾਂ ਕਨੀ ਵੇਖਦੇ ਹਾਂ ਕਿ ਸਾਡੇ ਮਨ ਵਿੱਚ ਆਉਂਦਾ ਹੈ ਕਿ ਸੱਚਮੁੱਚ ਅਸੀਂ ਪ੍ਰਭੂ ਯੀਸ਼ੂ ਮਸੀਹ ਦਾ ਪਾਵਨ ਹਾਂ, ਉਹ ਸਾਡੇ ਵਿੱਚ ਵਾਸ ਕਰਦਾ ਹੈ। ਅਸੀਂ ਪ੍ਰਭੂ ਯੀਸ਼ੂ ਦੀ ਖੇਤੀ ਹਾਂ, ਉਹ ਹਰ ਘੜੀ ਹਰ ਪਲ ਸਾਡੇ ਤੋਂ ਇੱਕ ਫਲ ਦੀ ਆਸ ਰੱਖਦਾ ਹੈ। ਉਹਦਾ ਫਲ ਇਹੀ ਹੈ ਕਿ ਪ੍ਰਭੂ ਚਾਹੁੰਦਾ ਹੈ ਕਿ ਸਾਰਾ ਜਗਤ ਬਚਾਇਆ ਜਾਏ ਔਰ ਤਾਂ ਕਿ ਪ੍ਰਭੂ ਦੀ ਮਹਿਮਾ ਔਰ ਥਾਂ ਥਾਂ ਦੇ ਉੱਤੇ ਪ੍ਰਗਟ ਹੋਏ। ਇਹ ਪ੍ਰਭੂ ਹੀ ਹੈ। ਜਦੋਂ ਅਸੀਂ ਆਕਾਸ਼ ਵੱਲ ਵੇਖਦੇ ਹਾਂ, ਉਹਨੇ ਸਾਰਾ ਕੁਝ ਆਪਣੇ ਲਈ ਤੇ ਆਪਣੇ ਲੋਕਾਂ ਦੇ ਲਈ ਬਣਾਇਆ ਹੈ ਕਿਉਂਕਿ ਅਸੀਂ ਉਹਦੀ ਪ੍ਰਜਾ ਹਾਂ। ਜਦੋਂ ਅਸੀਂ ਧਰਤੀ ਵੱਲ ਨਿਗਾਹ ਮਾਰਦੇ ਹਾਂ, ਜੋ ਕੁਝ ਧਰਤੀ ਦੇ ਉੱਤੇ ਬਣਾਇਆ ਹੈ ਔਰ ਉਹ ਸਾਰਾ ਪ੍ਰਭੂ ਦੇ ਆਪਣੇ ਹੱਥਾਂ ਦਾ ਹੈ, ਉਹ ਆਪਣੇ ਲਈ ਤੇ ਤੁਹਾਡੇ ਲਈ ਬਣਾਇਆ ਹੈ ਕਿਉਂਕਿ ਉਹ ਸਾਡੇ ਵਿੱਚ ਵਾਸ ਕਰਦਾ ਹੈ। ਸੋ ਆਓ ਅਸੀਂ ਅਗਲੇ ਵਚਨ ਵੱਲ ਵੇਖ ਰਹੇ ਹਾਂ। ਰਸੂਲਾਂ ਦੇ ਕਰਤੱਵ 17 ਅਧਿਆਏ ਦਾ 28 ਵਚਨ ਹੈ, ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ ਅਰ ਤੁਰਦੇ ਫਿਰਦੇ ਅਤੇ ਮੌਜੂਦ ਹਾਂ, ਜਿਵੇਂ ਤੁਹਾਡੇ ਕਵੀਆਂ ਵਿੱਚੋਂ ਵੀ ਕਿੰਨਿਆਂ ਨੇ ਆਖਿਆ ਹੈ ਵੀ ਅਸੀਂ ਤਾਂ ਉਹਦੀ ਅੰਸ਼ ਵੀ ਹਾਂ।
ਅਸੀਂ ਜਿਉਂਦੇ ਹਾਂ, ਉਹਨੇ ਸਾਨੂੰ ਜੀਵਨ ਦਿੱਤਾ ਹੈ। ਅਸੀਂ ਤੁਰਦੇ ਫਿਰਦੇ ਹਾਂ, ਉਹਦੇ ਇੱਕ ਪਲ ਤੋਂ ਬਿਨਾਂ ਵੀ ਅਸੀਂ ਇੱਕ ਕੁਝ ਵੀ ਨਹੀਂ ਕਰ ਸਕਦੇ। ਉਹਦੀ ਆਗਿਆ ਤੋਂ ਬਿਨਾਂ ਤਾਂ ਕੋਈ ਪਤਾ ਵੀ ਨਹੀਂ ਹਿਲਦਾ ਕਿੰਨਾ ਬਲੀ ਤੇ ਕਿੰਨਾ ਸਮਰਥੀ ਪ੍ਰਭੂ ਹੈ। ਇੱਕ ਸੈਕਿੰਡ ਦੇ ਵਿੱਚ ਧਰਤੀ ਨੂੰ ਕਾਂਬਾ ਲਾ ਦਿੰਦਾ ਹੈ। ਇੱਕ ਸੈਕਿੰਡ ਦੇ ਵਿੱਚ ਧਰਤੀ ਨੂੰ ਕਾਂਬਾ ਲਾਉਂਦਾ ਲਾਉਂਦਾ ਆਕਾਸ਼ ਨੂੰ ਵੀ ਹਿਲਾ ਦਿੰਦਾ ਹੈ। ਔਰ ਕੌਣ ਇਹ ਸੋਚ ਸਕਦਾ ਹੈ ਕਿ ਬਿਜਲੀ ਆਕਾਸ਼ ਵਿੱਚ ਕਿਵੇਂ ਚਮਕਦੀ ਹੈ, ਤੇ ਕਿਵੇਂ ਕੋਈ ਸੋਚ ਸਕਦਾ ਹੈ ਕਿ ਉਹਦੇ ਬਿਨਾਂ ਹੁਕਮ ਤੋਂ ਤਾਂ ਬਾਰਿਸ਼ ਵੀ ਨਹੀਂ ਪੈ ਸਕਦੀ, ਉਹਦੇ ਬਿਨਾਂ ਹੁਕਮ ਤੋਂ ਬਰਫ਼ ਵੀ ਨਹੀਂ ਪੈ ਸਕਦੀ। ਉਹਨੇ ਸਾਰਾ ਕੁਝ ਸਾਡੇ ਲਈ ਤੇ ਆਪਣੇ ਲਈ ਬਣਾਇਆ, ਕਿਉਂਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਵਾਸ ਕਰਦੇ ਹਾਂ ਔਰ ਉਹੀ ਸਾਡਾ ਜੀਵਨ ਹੀ ਹੈ। ਸੋ ਜਦੋਂ ਅਸੀਂ ਇੱਕ ਗੱਲ ਕਰਨੀ ਵੇਖਦੇ ਹਾਂ, ਉਹਦੀ ਰਜਾ ਤੋਂ ਬਿਨਾਂ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ। ਜਿੱਥੇ ਉਹ ਭੇਜਦਾ ਹੈ ਆਪਣੇ ਸੰਤ ਸੇਵਕਾਂ ਨੂੰ, ਉੱਥੇ ਉਹ ਜਾਂਦੇ ਨੇ। ਜਿਵੇਂ ਉਹਨਾਂ ਦੇ ਮੂੰਹ 'ਚ ਬੋਲ ਪਾਉਂਦਾ ਹੈ, ਉਵੇਂ ਉਹ ਬੋਲਦੇ ਨੇ, ਕਿਉਂਕਿ ਅਸੀਂ ਅੱਗੋਂ ਵੇਖ ਰਹੇ ਹਾਂ ਕਿ ਹਰ ਘੜੀ ਹਰ ਪਲ ਅਸੀਂ ਉਹਦੇ ਵਿੱਚ ਮੌਜੂਦ ਰਹਿੰਦੇ ਹਾਂ। ਔਰ ਉਹਦੇ ਆਰਾਧਕਾਂ ਨੇ ਤੇ ਕਵੀਆਂ ਨੇ, ਕਵੀਸ਼ਰਾਂ ਨੇ ਵੀ ਇਹ ਗੱਲ ਬੋਲ ਕੇ ਕਹੀ ਹੈ ਕਿ ਅਸੀਂ ਉਹਦੀ ਅੰਸ਼ ਹਾਂ, ਤੇ ਸੱਚਮੁੱਚ ਅਸੀਂ ਅਬਰਾਹਮ ਦੀ ਅੰਸ਼ ਵਿੱਚੋਂ ਹਾਂ, ਤੇ ਅੰਸ਼ ਉਹੀ ਕਹੀ ਜਾਂਦੀ ਹੈ, ਉਸੇ ਨੂੰ ਅਸੀਂ ਅੰਸ਼ ਕਹਿੰਦੇ ਹਾਂ। ਔਰ ਜਿਹੜੀ ਬਚਨ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਕੋਈ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ, ਔਰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਔਰ ਕੋਈ ਜਨਮ ਲੈਂਦਾ ਹੈ। ਸੋ ਅੱਜ ਅਸੀਂ ਤੋਬਾ ਕਰਕੇ ਬਪਤਿਸਮਾ ਲੈ ਕੇ ਪ੍ਰਭੂ ਯੀਸ਼ੂ ਦੀ ਅੰਸ਼ ਬਣ ਗਏ ਹਾਂ, ਕਿਉਂਕਿ ਉਹਦਾ ਆਤਮਾ ਹਮੇਸ਼ਾ ਸਾਡੇ ਵਿੱਚ ਵਾਸ ਕਰਦਾ ਹੈ। ਪਵਿੱਤਰ ਆਤਮਾ ਦੀ ਬਲ ਤੇ ਸਮਰੱਥਾ ਦਿੱਤੀ ਹੋਈ ਹੈ, ਔਰ ਜਿਹਦੇ ਨਾਲ ਅਸੀਂ ਵੱਡੇ ਵੱਡੇ ਪ੍ਰਭੂ ਦੇ ਮੂੰਹ 'ਚ ਪਾਏ ਹੋਏ ਬੋਲਾਂ ਨੂੰ ਬੋਲ ਕੇ ਥਾਂ ਥਾਂ ਤੇ ਪ੍ਰਭੂ ਦੀ ਮਹਿਮਾ ਉਜਾਗਰ ਕਰਦੇ ਹਾਂ। ਥਾਂ ਥਾਂ ਤੇ ਜਾ ਕੇ ਪ੍ਰਭੂ ਨੂੰ ਥਾਂ ਥਾਂ ਤੇ ਜਾ ਕੇ ਉਹਦੀ ਮਹਿਮਾ ਕਰਦੇ ਪਰਮੇਸ਼ਰ ਪ੍ਰਭੂ ਨੂੰ ਅਸੀਂ ਮੁਬਾਰਕ ਆਖਦੇ ਹਾਂ। ਔਰ ਉਹਦੇ ਅੰਸ਼ ਜੇ ਹਾਂ ਤਾਂ ਅਸੀਂ ਉਹਦੇ ਵਰਗੇ ਕੰਮ ਕਰੀਏ, ਸਾਡਾ ਸੁਭਾਅ ਪ੍ਰਭੂ ਯੀਸ਼ੂ ਮਸੀਹ ਵਰਗਾ ਹੋਏ। ਔਰ ਪ੍ਰਭੂ ਯੀਸ਼ੂ ਮਸੀਹ ਉਹੀ ਬੋਲਦਾ ਸੀ ਜੋ ਪਰਮੇਸ਼ਰ ਬੋਲਣ ਲਈ ਕਹਿੰਦਾ ਸੀ, ਉਹ ਉਹੀ ਕਰਦਾ ਸੀ ਜੋ ਪਰਮੇਸ਼ਰ ਨੂੰ ਕਰਨ ਲਈ ਕਹਿੰਦਾ ਸੀ। ਸੋ ਇਸ ਕਾਰਨ ਕਰਕੇ ਜਦੋਂ ਅਸੀਂ ਇਹਨਾਂ ਗੱਲਾਂ ਕਰਨੀ ਵਿਚਾਰ ਕਰਦੇ ਹਾਂ, ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹਾਂ। ਅਸੀਂ ਕਾਇਮ ਤਾਂ ਹੀ ਰਹਿੰਦੇ ਹਾਂ ਜੇ ਉਹਦੇ ਵਿੱਚ ਹਰ ਘੜੀ ਹਰ ਪਲ ਬਣੇ ਰਹਿੰਦੇ ਹਾਂ। ਜਿਹੜਾ ਉਹਦੇ ਵਿੱਚ ਬਣਿਆ ਰਹਿੰਦਾ ਹੈ ਉਹ ਤਾਂ ਸਹੀ ਤੇ ਸੱਚੀ ਤੇ ਪੱਕੀ ਗੱਲ ਹੈ ਕਿ ਉਹ ਉਹਦੇ ਵਿੱਚ ਹੀ ਕਾਇਮ ਰਹਿੰਦਾ ਹੈ। ਉਹੀ ਉਹਦੇ 'ਚ ਕਾਇਮ ਰਹਿੰਦਾ ਜਿਹੜਾ ਰੱਬ ਤੋਂ ਡਰਦਾ ਹੈ। ਪਰਮੇਸ਼ਰ ਦੀ ਦਇਆ ਤੇ ਪਰਮੇਸ਼ਰ ਦੀ ਅੰਸ਼ ਤਾਂ ਹਮੇਸ਼ਾ ਉਹਨਾਂ ਦੇ ਉੱਤੇ ਬਣੀ ਰਹਿੰਦੀ ਹੈ। ਪਰਮੇਸ਼ਰ ਦੀ ਦਇਆ ਉਹਨਾਂ ਦੀ ਅੰਸ਼ ਦੇ ਉੱਤੇ ਬਣੀ ਰਹਿੰਦੀ ਹੈ, ਆਉਣ ਵਾਲੀਆਂ ਪੀੜ੍ਹੀਆਂ ਤੱਕ ਬਣੀ ਰਹਿੰਦੀ ਹੈ। ਔਰ ਜਿਹੜੇ ਪ੍ਰਭੂ ਦੇ ਡਰ ਵਿੱਚ ਰਹਿੰਦੇ ਨੇ, ਧੰਨ ਹੈ ਉਹ ਜਿਹੜਾ ਪਰਮੇਸ਼ਰ ਤੋਂ ਡਰਦਾ ਹੈ ਤੇ ਪ੍ਰਭੂ ਤੋਂ ਡਰਦਾ ਹੈ। ਸੋ ਇਸੇ ਕਾਰਨ ਕਰਕੇ ਅਸੀਂ ਜੋ ਗੱਲ ਸੁਣਦੇ ਹਾਂ ਤੇ ਉਹੀ ਬੋਲਦੇ ਹਾਂ। ਜੋ ਉਹ ਕਰਦਾ ਹੈ ਤੇ ਉਹ ਸਾਨੂੰ ਕਰਨ ਲਈ ਕਹਿੰਦਾ ਹੈ, ਕਿਉਂਕਿ ਪਰਮੇਸ਼ਰ ਨੇ ਵੀ ਆਪਣਾ ਪੁੱਤਰ ਕਰਕੇ ਔਰ ਉਸ ਨੂੰ ਉਹੀ ਕੁਝ ਬੋਲਦਾ ਤੇ ਉਹੀ ਕੁਝ ਕਰਦਾ। ਆਪਦੇ ਕੋਲੋਂ ਤਾਂ ਨਾ ਬੋਲਦਾ ਨਾ ਕੁਝ ਕਰਦਾ। ਤੇ ਇਸੇ ਤਰੀਕੇ ਦੇ ਨਾਲ ਜੇ ਪ੍ਰਭੂ ਯੀਸ਼ੂ ਮਸੀਹ ਸਾਡੇ ਜੀਵਨ ਵਿੱਚ ਹੈ, ਅਸੀਂ ਪਰਮੇਸ਼ਰ ਵਿੱਚ ਹਾਂ, ਤਾਂ ਅਸੀਂ ਉਹੀ ਕਰੀਏ ਜੋ ਪਰਮੇਸ਼ਰ ਨੂੰ ਮਾਣ ਪਾਉਂਦਾ ਹੈ। ਸੋ ਮੈਂ ਬਹੁਤੀ ਗੱਲ ਕੀ ਕਹਾਂ, ਆਓ ਅਸੀਂ ਯਹੂਨਾ ਦੀ ਕਿਤਾਬ ਵੱਲ ਵੇਖ ਰਹੇ ਹਾਂ। ਯਹੂਨਾ ਦੀ ਕਿਤਾਬ ਦਾ ਇਹ 17 ਅਧਿਆਏ ਦਾ 5 ਵਚਨ ਹੈ। ਹੁਣ ਹੇ ਪਿਤਾ, ਤੂੰ ਆਪਣੀ ਸੰਗਤ ਦੀ ਉਸ ਵਡਿਆਈ ਦੇ ਨਾਲ ਔਰ ਜੋ ਮੈਂ ਜਗਤ ਦੇ ਹੋਣ ਤੋਂ ਅੱਗੋਂ ਹੀ ਤੇਰੇ ਨਾਲ ਰੱਖਦਾ ਸਾਂ ਔਰ ਮੇਰੀ ਵਡਿਆਈ ਪ੍ਰਗਟ ਕਰੇ। ਸੋ ਪ੍ਰਭੂ ਤਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਆਪਣੀ ਸੰਗਤੀ ਪਰਮੇਸ਼ਰ ਦੇ ਨਾਲ ਰੱਖਦਾ ਸੀ। ਇਸੇ ਕਰਕੇ ਅਸੀਂ ਵੇਖਦੇ ਹਾਂ ਕਿ ਉਹਨੇ ਸਾਰੀ ਧਰਤੀ ਦੇ ਲੋਕਾਂ ਤੋਂ ਤੁਹਾਨੂੰ ਚੁਣਿਆ। ਉਹ ਤਾਂ ਮਾਂ ਦੇ ਗਰਭ ਦੇ ਵਿੱਚ ਪੈਣ ਤੋਂ ਪਹਿਲਾਂ ਹੀ ਤੁਹਾਨੂੰ ਜਾਣਦਾ ਸੀ ਕਿ ਤੁਸੀਂ ਮੇਰੇ ਹੋ ਤੇ ਮੇਰੇ ਬਣ ਕੇ ਰਹੋਗੇ, ਮੇਰੀ ਸਿੱਖਿਆ ਲਓਗੇ ਤੇ ਮੇਰੀ ਸਿੱਖਿਆ ਦੇ ਅਨੁਸਾਰ ਚੱਲੋਗੇ। ਉਹਦੀ ਸਿੱਖਿਆ ਕੀ ਹੈ? ਅਸੀਂ ਇਹ ਵੇਖ ਰਹੇ ਹਾਂ ਕਿ ਪਰਮੇਸ਼ਰ ਨੇ ਮੂਸਾ ਨੂੰ ਆਪਣੀ ਵਿਵਸਥਾ ਦੀ ਪੋਥੀ ਦੇ ਵਿੱਚ ਇੱਕ ਹੁਕਮ ਤੇ ਕਾਨੂੰਨ ਤੇ ਨਿਯਮਾਂ ਵਿਧੀਆਂ ਦੇ ਬਾਰੇ ਦੱਸਿਆ। ਔਰ ਤਾਂ ਕਿ ਜਿਵੇਂ ਉਹ ਮੂਸਾ ਦੇ ਨਾਲ ਗੱਲਬਾਤ ਕਰਦਾ ਸੀ ਔਰ ਮੂਸਾ ਦਾ ਜੀਵਨ ਤੇ ਉਹਦਾ ਜੀਵਨ ਇੱਕ ਸੀ, ਔਰ ਇਸੇ ਤਰੀਕੇ ਦੇ ਨਾਲ ਅੱਜ ਅਸੀਂ ਵੀ ਪਰਮੇਸ਼ਰ ਪ੍ਰਭੂ ਦੀ ਪੈੜ 'ਚ ਪੈੜ ਰੱਖ ਕੇ ਔਰ ਉਹਦੇ ਨਿਯਮਾਂ ਹੁਕਮਾਂ ਵਿਧੀਆਂ ਨੂੰ ਹਮੇਸ਼ਾ ਦੇ ਲਈ ਆਪਣੇ ਜੀਵਨ ਵਿੱਚ
ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਪੂਰਨ ਤੌਰ ਤੇ ਅਸੀਂ ਪੂਰਨ ਤੌਰ ਤੇ ਪਰੋ ਕੇ ਰੱਖੀਏ, ਪੂਰਨ ਤੌਰ ਤੇ ਉਹਨਾਂ ਦੇ ਜੀਵਨ 'ਚ ਸਥਾਪਿਤ ਕਰਕੇ ਰੱਖੀਏ, ਤਾਂ ਕਿ ਅਸੀਂ ਜਾਣ ਜਾਈਏ ਕਿ ਸੱਚਮੁੱਚ ਸਾਡੀ ਪ੍ਰਭੂ ਯਿਸੂ ਦੇ ਨਾਲ ਸੰਗਤੀ ਹੈ, ਤਾਂ ਕਿ ਅਸੀਂ ਜਾਣ ਜਾਈਏ ਕਿ ਸਾਡੀ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਨਾਲ, ਮਾਤਾ ਪਿਤਾ ਬੱਚਿਆਂ ਦੇ ਨਾਲ ਸੰਗਤੀ ਹੈ। ਉਹਦੀ ਸੰਗਤੀ ਵਿੱਚ ਰਹਿ ਕੇ ਕੀ ਮਿਲਦਾ ਹੈ? ਸਚਾਈ ਤੁਹਾਡੇ 'ਚ ਆ ਜਾਏਗੀ, ਧਰਮ ਤੁਹਾਡੇ 'ਚ ਵਾਸ ਕਰੇਗਾ, ਦਿਲ ਦੇ ਹਲੀਮ ਹੋਵੋਗੇ ਔਰ ਤੁਸੀਂ ਸੰਜਮ ਤੇ ਸ਼ਾਂਤੀ ਦੇ ਧੀਰਜ ਬਣੇ ਰਹੋਗੇ, ਇੱਕ ਦੂਜੇ ਦੇ ਪ੍ਰੇਮ ਵਿੱਚ ਬਣੇ ਰਹੋਗੇ। ਔਰ ਇਹੀ ਪ੍ਰਭੂ ਦਾ ਸਾਨੂੰ ਦਿੱਤਾ ਹੋਇਆ ਜੀਵਨ ਹੈ ਔਰ ਜਿਹਦੇ ਵਿੱਚ ਅਸੀਂ ਵਾਸ ਕਰਦੇ ਹਾਂ। ਸੋ ਮੈਂ ਅੱਗੋਂ ਤੁਹਾਨੂੰ ਕੀ ਬੋਲਾਂ ਕਿ ਉਹੀ ਪਿਤਾ ਪਰਮੇਸ਼ਰ ਹੈ ਜਿਹਦੇ ਵਿੱਚ ਰਹਿ ਕੇ ਸਾਰਾ ਕੁਝ ਹੋਇਆ। ਅਸੀਂ ਉਹਦੇ ਲਈ ਹਾਂ ਤੇ ਉਹ ਸਾਡੇ ਲਈ ਹੈ। ਜੇ ਅਸੀਂ ਉਹਦੇ ਲਈ ਆ, ਉਹ ਸਾਡੇ ਲਈ ਹੈ, ਤੇ ਫਿਰ ਤਾਂ ਪਰਮੇਸ਼ਰ ਦੇ ਵਿੱਚ ਅਸੀਂ ਇੱਕਮਿਕ ਹੋ ਗਏ। ਜੇ ਪਰਮੇਸ਼ਰ ਪ੍ਰਭੂ ਵਿੱਚ ਅਸੀਂ ਇੱਕਮਿਕ ਹੋ ਗਏ ਤਾਂ ਫਿਰ ਜੋ ਕੁਝ ਪਰਮੇਸ਼ਰ ਪ੍ਰਭੂ ਦਾ ਹੈ ਅਸੀਂ ਉਹਦੇ ਅਧਿਕਾਰੀ ਵੀ ਬਣ ਗਏ ਤੇ ਅਸੀਂ ਉਹਦੇ ਵਾਰਸ ਵੀ ਬਣ ਗਏ। ਪ੍ਰਭੂ ਯਿਸੂ ਮਸੀਹ ਦਾ ਇਹੀ ਤਾਂ ਪਿਆਰ ਹੈ। ਉਹਨੇ ਇਸੇ ਕਰਕੇ ਤਾਂ ਕਿਹਾ ਕਿ ਮੈਂ ਸਦਾ ਤੁਹਾਡੇ ਅੰਗ ਸੰਗ ਰਹੂੰਗਾ, ਤੁਹਾਨੂੰ ਕਦੇ ਨਹੀਂ ਛੱਡੂੰਗਾ, ਕਦੇ ਨਹੀਂ ਤਿਆਗੂੰਗਾ। ਉਹ ਕਿੰਨੇ ਵੱਡੀ ਦਲੇਰੀ ਦੇ ਨਾਲ ਅਸੀਂ ਵਚਨ ਵਿੱਚ ਦੇਖ ਰਹੇ ਹਾਂ ਕਿ ਮਾਂ ਭਲਾ ਆਪਣੇ ਜਨਮ ਦਿੱਤੇ ਹੋਏ ਬੱਚੇ ਤੇ ਤਰਸ ਨਾ ਖਾਵੇ। ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੁਹਾਨੂੰ ਨਹੀਂ ਭੁੱਲੂੰਗਾ। ਇਹ ਹੈ ਪਰਮੇਸ਼ਰ ਦਾ ਪ੍ਰੇਮ ਹੈ। ਸੋ ਇਸੇ ਕਰਕੇ ਅਸੀਂ ਉਹਦੇ ਲਈ ਹਾਂ, ਉਹ ਸਾਡੇ ਲਈ ਹੈ। ਔਰ ਜਿਵੇਂ ਪ੍ਰਭੂ ਤੇ ਪਿਤਾ ਇੱਕ ਨੇ, ਇਸੇ ਤਰੀਕੇ ਦੇ ਨਾਲ ਸਾਡੀ ਉਹਦੇ ਦੇ ਨਾਲ ਸੰਗਤੀ ਹੈ ਤੇ ਅਸੀਂ ਵੀ ਪਿਤਾ ਪ੍ਰਭੂ ਦੇ ਨਾਲ ਇੱਕ ਹੀ ਹਾਂ। ਮੈਂ ਬਹੁਤੀ ਗੱਲ ਨਾ ਕਰਦਾ ਹੋਇਆ ਰੋਮੀਆਂ ਦੀ ਪੱਤਰੀ 11 ਅਧਿਆਏ ਦੇ 36 ਵਚਨ ਵੱਲ ਵੇਖ ਰਿਹਾ ਹਾਂ। ਕਿਉਂ ਜੋ ਉਸ ਤੋਂ ਅਤੇ ਉਸ ਦੇ ਵਸੀਲੇ ਨਾਲ ਅਤੇ ਉਸ ਦੇ ਲਈ ਸਾਰੀਆਂ ਵਸਤੂਆਂ ਹੋਈਆਂ ਹਨ ਤੇ ਉਹਦੀ ਵਡਿਆਈ ਜੁਗ ਜੁਗ ਹੋਵੇ, ਆਮੀਨ। ਉਹਦੇ ਰਾਹੀਂ ਸਾਰੀਆਂ ਵਸਤੂਆਂ ਹੋਈਆਂ ਨੇ। ਸੋ ਉਹਦੇ ਰਾਹੀਂ ਜੇ ਸਾਰੀਆਂ ਵਸਤੂਆਂ ਹੋਈਆਂ ਨੇ, ਅਸੀਂ ਵੀ ਤਾਂ ਉਹਦੇ ਹੱਥਾਂ ਦੀ ਰਚਨਾ ਹਾਂ। ਇਹ ਪਰਮੇਸ਼ਰ ਦਾ ਵਚਨ ਹੈ। ਜੇ ਸਾਨੂੰ ਉਹਨੇ ਵਧੀਆ ਬਣਾਇਆ, ਜੇ ਅਸੀਂ ਵਿੰਗੇ ਟੇਢੇ ਵੀ ਹੋ ਗਏ, ਅਸੀਂ ਪਰਮੇਸ਼ਰ ਅੱਗੇ ਦੁਆ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੂੰ ਮੇਰੇ ਜੀਵਨ ਨੂੰ ਤੋੜ ਕੇ ਫੋੜ ਕੇ ਮੁੜ ਕੇ ਨਵਾਂ ਬਣਾ, ਤਾਂ ਕਿ ਅਸੀਂ ਤੇਰੇ ਬਰਤਨ ਜੋਗੇ ਇੱਕ ਬਰਤਨ ਬਣੇ ਰਹੀਏ। ਜਿਹੜੇ ਤੇਰੇ ਬਰਤਨ ਨੇ ਉਹ ਉਹੀ ਨੇ ਜਿਨ੍ਹਾਂ ਨੂੰ ਤੂੰ ਆਪਣੇ ਹੱਥਾਂ ਨਾਲ ਬਣਾਇਆ। ਉਹ ਉਹੀ ਤੇਰੇ ਹੱਥ ਦੇ ਬਣਾ ਹੋਏ ਬਰਤਨ ਨੇ ਜਿਨ੍ਹਾਂ ਦੇ ਅੰਦਰ ਤੇਰਾ ਪਵਿੱਤਰ ਆਤਮਾ ਹਮੇਸ਼ਾ ਵਾਸ ਕਰਦਾ ਹੈ। ਉਹ ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਵਾਸ ਕਰਦਾ ਹੈ, ਉਹ ਤਾਂ ਪ੍ਰਭੂ ਬਲ ਤੇ ਸਮਰੱਥਾ ਪ੍ਰਾਪਤ ਕਰਕੇ ਹਰ ਘੜੀ ਹਰ ਪਲ ਤੁਹਾਡੀ ਮਹਿਮਾ ਤੇ ਤੁਹਾਡਾ ਹੀ ਜਸ ਗਾਉਂਦੇ ਨੇ। ਵੇਖੀਏ, ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਇੱਕ ਅਕਸ਼ ਸੀ, ਇੱਕ ਪ੍ਰਤੀਬਿੰਬ ਸੀ। ਜਿਵੇਂ ਜਿਹੋ ਜਿਹੇ ਬੱਚੇ ਨੇ, ਜਿਹੋ ਜਿਹੇ ਮਾਂ ਪਿਓ ਨੂੰ ਉਹੋ ਜਿਹੇ ਬੱਚੇ ਨੇ, ਐਸੇ ਤਰੀਕੇ ਦੇ ਨਾਲ ਉਹ ਇੱਕ ਪਰਮੇਸ਼ਰ ਦਾ ਹੀ ਰੂਪ ਸੀ। ਉਹਨੇ ਰੂਪ ਕਿਵੇਂ ਧਾਰਨ ਕਰ ਲਿਆ? ਤੇ ਜਦੋਂ ਅਸੀਂ ਯਹੂਨਾ ਦੀ ਕਿਤਾਬ ਪਹਿਲੇ ਅਧਿਆਏ ਦੇ ਪਹਿਲੇ 4 ਵਚਨਾਂ ਵੱਲ ਵੇਖਦੇ ਹਾਂ, ਉਹ ਇਹੀ ਹੈ ਕਿ ਆਦਿ ਵਿੱਚ ਸ਼ਬਦ ਸੀ, ਉਹ ਸ਼ਬਦ ਹੀ ਪਰਮੇਸ਼ਰ ਸੀ। ਕਿੰਨੀ ਵੱਡੀ ਗੱਲ ਹੈ ਕਿ ਜੇ ਇੱਕ ਸ਼ਬਦ ਪਰਮੇਸ਼ਰ ਆਦਿ ਵਿੱਚ ਸੀ, ਉਹਦੇ 'ਚ ਇੰਨੀ ਬਲ ਤੇ ਸਮਰੱਥਾ ਸੀ, ਉਹ ਸ਼ਬਦ ਇੱਕ ਦੇਹਧਾਰੀ ਹੋ ਕੇ, ਇੱਕ ਸਚਾਈ ਦੇ ਨਾਲ ਭਰਪੂਰ ਹੋ ਕੇ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਪਰਮੇਸ਼ਰ ਦਾ ਭੇਜਿਆ ਹੋਇਆ ਆਇਆ, ਤਾਂ ਕਿ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰੇ, ਆਪਣਾ ਤੇਜ ਤੇ ਆਪਣਾ ਪ੍ਰਕਾਸ਼ ਆਪਣੇ ਪੁੱਤਰ ਦੇ ਉੱਤੇ ਪ੍ਰਗਟ ਕਰੇ। ਸੋ ਇਸੇ ਗੱਲ ਕਰਕੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵੇਖਦੇ ਹਾਂ, ਇਹ ਪਰਮੇਸ਼ਰ ਦੇ ਤੇਜ ਨੂੰ ਅਸੀਂ ਉਹਦੇ ਉੱਤੇ ਪ੍ਰਗਟ ਹੁੰਦਾ ਵੇਖ ਰਹੇ ਹਾਂ। ਇਹੀ ਗੱਲ ਹੈ ਕਿ ਉਹ ਜੇ ਉਹਦੇ ਅਕਸ਼ ਉੱਤੇ ਸੀ, ਅਸੀਂ ਵੀ ਉਹਦੀ ਨਸਲ ਵਿੱਚੋਂ ਹਾਂ, ਅਸੀਂ ਵੀ ਪਰਮੇਸ਼ਰ ਦੇ ਪ੍ਰਭੂ ਦੇ ਉੱਤੇ ਹੀ ਸਾਡਾ ਸੁਭਾਅ ਬਣਿਆ ਹੋਇਆ ਹੈ। ਦਿਨ ਪ੍ਰਤੀ ਦਿਨ ਸਾਡਾ ਸੁਭਾਅ ਪ੍ਰਭੂ ਯਿਸੂ ਮਸੀਹ ਵਰਗਾ ਹੁੰਦਾ ਜਾ ਰਿਹਾ ਹੈ। ਇੱਕ ਦਿਨ ਅਸੀਂ ਦੇਖਾਂਗੇ ਕਿ ਸਾਡਾ ਸੁਭਾਅ ਪੂਰੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਵਰਗਾ ਹੋ ਜਾਏਗਾ। ਸੋ ਇਸ ਗੱਲ ਕਰਕੇ ਜਿਵੇਂ ਉਹਨੇ ਸਾਰੀਆਂ ਵਸਤੂਆਂ ਬਣਾਈਆਂ, ਉਹਨਾਂ ਨੂੰ ਸੰਭਾਲ ਕੇ ਰੱਖਦਾ, ਧਰਤੀ ਤੇ ਸਾਰਾ ਕੁਝ ਸੰਭਾਲ ਕੇ ਰੱਖਿਆ। ਸੰਭਾਲਣ ਤੋਂ ਬਾਅਦ ਉਹ ਪਿਤਾ ਪਰਮੇਸ਼ਰ ਕੋਲ ਚਲਾ ਗਿਆ। ਅਸੀਂ ਵੀ ਆਪਣੇ ਇੱਥੋਂ ਉਠਾਏ ਜਾਣ ਤੋਂ ਪਹਿਲਾਂ ਜੋ ਕੁਝ ਵੀ ਬਣਾਇਆ ਹੈ, ਅਸੀਂ ਉਹਦੀ ਸਾਂਭ ਸੰਭਾਲ ਕਰਕੇ ਔਰ ਅਸੀਂ ਉਡਾਰੀ ਮਾਰ ਕੇ ਤੇਰੇ ਕੋਲ ਪਹੁੰਚ ਜਾਂਦੇ ਹਾਂ। ਇਹ ਪਰਮੇਸ਼ਰ ਦੀ ਦਇਆ, ਇਹ ਪਰਮੇਸ਼ਰ ਦੀ ਕਿਰਪਾ ਹੈ। ਸੋ ਇਹ ਸਾਂਭ ਸੰਭਾਲ ਕਰਨੀ
ਇਹ ਉਹੀ ਗੱਲ ਹੈ ਕਿ ਪ੍ਰਭੂ ਸਾਡੀ ਸਾਂਭ ਸੰਭਾਲ ਕਰਦਾ ਹੈ। ਅਸੀਂ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਹਾਂ। ਜੋ ਕੁਝ ਉਹਨੇ ਸਾਨੂੰ ਦਿੱਤਾ ਅਸੀਂ ਉਹਦੀ ਸਾਂਭ ਸੰਭਾਲ ਕਰਦੇ ਹਾਂ। ਜੋ ਪਰਮੇਸ਼ਰ ਨੇ ਪ੍ਰਭੂ ਨੂੰ ਬਖਸ਼ਿਆ ਔਰ ਉਹੀ ਉਹਦੀ ਸਾਂਭ ਸੰਭਾਲ ਕਰਕੇ ਉਹ ਸਾਡੇ 'ਚ ਵਾਸ ਕਰਕੇ ਉਹ ਸਾਨੂੰ ਵੀ ਸੰਭਾਲਦਾ ਤੇ ਸਾਨੂੰ ਸੰਭਾਲਣ ਦਾ ਹੁਕਮ ਦਿੰਦਾ ਹੈ। ਆਓ ਅਸੀਂ ਵੇਖੀਏ 2 ਯਹੂਨਾ ਪਹਿਲਾ ਅਧਿਆਇ ਦਾ 14 ਵਚਨ। ਸੋ ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਤੇ ਸਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸੀਂ ਉਹਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਵੇਖਿਆ। ਅੱਜ ਉਹੀ ਪਰਮੇਸ਼ਰ ਨਾਂ ਦਾ ਸ਼ਬਦ ਉਹਦੇ ਸੰਤਾਂ ਦੇ ਜੀਵਨ ਵਿੱਚ ਵਾਸ ਕਰਦਾ ਹੈ। ਜਿਵੇਂ ਪ੍ਰਭੂ ਯਿਸੂ ਮਸੀਹ ਬਾਰੇ ਅਸੀਂ ਵੇਖ ਰਹੇ ਹਾਂ ਕਿ ਉਹ ਪਰਮੇਸ਼ਰ ਜਿਹੜਾ ਹੈ ਦਾ ਸ਼ਬਦ ਹੈ ਉਹ ਦਇਆ ਤੇ ਸਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ 'ਚ ਵਾਸ ਕੀਤਾ, ਬਲ ਤੇ ਸਮਰੱਥਾ ਦੇ ਨਾਲ। ਇਹ ਉਹਦੀ ਬਲ ਸਮਰੱਥਾ ਹੀ ਹੈ ਕਿ ਅਸੀਂ ਅੱਜ ਤੱਕ ਉਹਦੇ ਵਿੱਚ ਰਹਿ ਕੇ ਤੁਰੇ ਫਿਰਦੇ ਹਾਂ। ਇਹ ਉਹਦੀ ਬਲ ਤੇ ਸਮਰੱਥਾ ਹੀ ਹੈ ਕਿ ਥਾਂ ਥਾਂ ਕੇ ਉਹਦੇ ਗੁਣਾਂ ਦਾ ਪ੍ਰਚਾਰ ਕਰਦੇ ਹਾਂ। ਇਹ ਉਹਦੀ ਬਲ ਤੇ ਸਮਰੱਥਾ ਹੀ ਹੈ ਜਿਹੜੀ ਪਹਿਲਾਂ ਪ੍ਰਗਟ ਹੁੰਦੀ ਸੀ, ਅੱਜ ਵੀ ਪ੍ਰਗਟ ਹੁੰਦੀ ਹੈ। ਅੱਜ ਵੀ ਅਸੀਂ ਵੇਖ ਰਹੇ ਹਾਂ ਉਹਦੇ ਨਾਂ ਦੇ ਵਿੱਚ ਇੰਨੀ ਬਲ ਸਮਰੱਥਾ ਸ਼ਕਤੀ ਹੈ ਕਿ ਗੂੰਗੇ ਬੋਲਣ ਲੱਗ ਜਾਂਦੇ ਨੇ, ਬੋਲੇ ਸੁਣਨ ਲੱਗ ਜਾਂਦੇ ਨੇ, ਅੰਨੇ ਦੇਖਣ ਲੱਗ ਜਾਂਦੇ ਨੇ, ਲੰਗੜੇ ਚੱਲਣ ਲੱਗ ਜਾਂਦੇ ਨੇ। ਇਹ ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਕਿਉਂਕਿ ਉਹਦੇ ਨਾਂ 'ਚ ਇੰਨੀ ਬਲ ਸਮਰੱਥਾ ਕਿ ਮਰੇ ਹੋਏ ਵੀ ਜਿਉਂਦੇ ਹੋ ਰਹੇ ਨੇ। ਸੋ ਜਦੋਂ ਇਹ ਆਪਣੇ ਚੇਲਿਆਂ ਨਾਲ ਗੱਲਬਾਤ ਕਰਦਾ ਹੈ ਤੇ ਉਹ ਆਪਣੇ ਥੋਮੇ ਨੂੰ ਕਹਿ ਰਿਹਾ ਹੈ ਕਿ ਬਈ ਇਹ ਵੇਖੀਏ ਯਹੂਨਾ ਦੀ ਕਿਤਾਬ 14 ਅਧਿਆਇ ਦਾ 6 ਵਚਨ। ਯੀਸ਼ੂ ਨੇ ਥੋਮਾ ਨੂੰ ਕਿਹਾ, ਰਾਹ, ਸਚਾਈ ਅਤੇ ਜੀਵਨ ਮੈਂ ਹਾਂ। ਰਾਹ ਵੀ ਮੈਂ ਹਾਂ, ਸਚਾਈ ਵੀ ਮੈਂ ਹਾਂ, ਜੀਵਨ ਵੀ ਮੈਂ ਹਾਂ। ਸੋ ਇਹ ਰਸਤਾ ਕੌਣ ਹੈ? ਅੱਜ ਤੱਕ ਪਹਿਲਾਂ ਪ੍ਰਭੂ ਦੇ ਆਉਣ ਤੋਂ ਪਹਿਲਾਂ ਨਹੀਂ ਸੀ ਪਤਾ ਕਿ ਸਵਰਗ ਦਾ ਰਸਤਾ ਕਿਹੜਾ ਹੈ। ਇਹ ਤਾਂ ਪ੍ਰਭੂ ਯਿਸੂ ਮਸੀਹ ਨੇ ਉਹ ਰਾਹ ਬਣਾਇਆ। ਜਦੋਂ ਅਸੀਂ ਦੇਖਦੇ ਹਾਂ ਸਲੀਬ ਦੀ ਕਥਾ ਦੇ ਵਿੱਚ ਕਿ ਲੋਕਾਂ ਦੇ ਭਾਵੇਂ ਤਾਂ ਉਹ ਮੂਰਖਤਾਈ ਦੀਆਂ ਗੱਲਾਂ ਨੇ, ਆਮ ਲੋਕਾਂ ਦੇ ਲਈ ਤਾਂ ਸਲੀਬ ਦੀ ਕਥਾ, ਪਰ ਸਾਡੇ ਲਈ ਤਾਂ ਉਹ ਬਲ ਤੇ ਸਮਰੱਥਾ ਸ਼ਕਤੀ ਹੈ ਜਿਹਦੇ ਨਾਲ ਪ੍ਰਭੂ ਯਿਸੂ ਮਸੀਹ ਮਰਿਆ ਚੋਂ ਜੀ ਉੱਠਿਆ। ਸਾਡੇ ਲਈ ਤਾਂ ਉਹ ਬਲ ਤੇ ਸਮਰੱਥਾ ਹੈ ਔਰ ਉਹਨੇ ਇਸੇ ਕਰਕੇ ਔਰ ਜਿਹੜਾ ਉਸ ਸਮੇਂ ਤੰਬੂ ਬਣਿਆ ਸੀ ਉਹਦਾ ਪਰਦਾ ਉੱਪਰੋਂ ਫਟ ਕੇ ਉਹ ਥੱਲੇ ਨੂੰ ਆ ਗਿਆ। ਉਹਨੇ ਸਿੱਧਾ ਰਸਤਾ ਖੋਲ੍ਹ ਦਿੱਤਾ ਕਿ ਹੁਣ ਤੁਹਾਨੂੰ ਕੋਈ ਇੱਧਰੋਂ ਉੱਧਰੋਂ ਖੱਬੇ ਸੱਜੋ ਕੋਈ ਇੰਤਜ਼ਾਮ ਕਰਨ ਦੀ ਲੋੜ ਨਹੀਂ ਪੈਣੀ। ਹੁਣ ਤੁਹਾਡੇ ਲਈ ਸਿੱਧਾ ਰਸਤਾ ਜਿਹੜਾ ਸਵਰਗ ਨੂੰ ਜਾਂਦਾ ਹੈ, ਅੱਜ ਮੈਂ ਆਪਣੀ ਜਾਨ ਦਾ ਮੁੱਲ ਦੇ ਕੇ ਤੁਹਾਡੇ ਲਈ ਉਹ ਰਸਤਾ ਬਣਾ ਦਿੱਤਾ ਹੈ। ਉਹਦੇ 'ਚ ਸੱਚਾਈ ਸੀ, ਪ੍ਰਭੂ 'ਚ ਸੱਚਾਈ ਸੀ, ਉਹਦੇ 'ਚ ਜੀਵਨ ਸੀ, ਉਹਦੇ 'ਚ ਅਨੰਤ ਜੀਵਨ ਸੀ। ਉਹੀ ਅਨੰਤ ਜੀਵਨ ਦੇਣ ਦੇ ਲਈ ਉਹ ਪਰਮੇਸ਼ਰ ਨੇ ਸਾਡੇ ਕੋਲ ਭੇਜਿਆ। ਉਹਦਾ ਬਚਨ ਸੱਚਾਈ ਹੈ, ਉਹਦਾ ਬਚਨ ਹੀ ਪਰਮੇਸ਼ਰ ਪ੍ਰਭੂ ਹੈ, ਉਹਦਾ ਬਚਨ ਹੀ ਜੀਵਨ ਹੈ ਔਰ ਉਹਦਾ ਬਚਨ ਹੀ ਇੱਕ ਸ਼ਾਂਤੀ ਹੈ ਔਰ ਉਹਦਾ ਬਚਨ ਹੀ ਹੈ ਜਿਹਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਉਹ ਉਹੀ ਰਸਤਾ ਹੈ ਔਰ ਉਹੀ ਸੱਚਾਈ ਹੈ ਤੇ ਉਹ ਜੀਵਨ ਹੈ। ਹੁਣ ਮੈਂ ਇਸ ਗੱਲ ਦੇ ਬਾਰੇ 'ਚ ਜਾ ਰਿਹਾ, ਮੈਂ ਕਿਵੇਂ ਕਹਾਂ ਕਿ ਉਹ ਉਹੀ ਰਸਤਾ ਹੈ ਕਿ ਦੇਖੋ ਇਬਰਾਨੀਆਂ ਦੀ ਪੱਤਰੀ 9 ਅਧਿਆਇ ਦਾ 24 ਵਚਨ ਹੈ, ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਉਹ ਨਹੀਂ ਗਿਆ, ਸਗੋਂ ਸੁਰਗ ਵਿੱਚ ਹੀ ਗਿਆ ਵੀ ਹੁਣ ਸਾਡੇ ਲਈ ਪਰਮੇਸ਼ਰ ਦੇ ਸਨਮੁਖ ਪੇਸ਼ ਹੋਵੇ। ਕਿਆ ਪ੍ਰਭੂ ਦਾ ਬਚਨ। ਇਸ ਤੋਂ ਪਹਿਲਾਂ ਪਾਪਾਂ ਦੀ ਮਾਫੀ ਦੇ ਲਈ 1 ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਪਰਮੇਸ਼ਰ ਦਾ ਜਾਜਕ ਹੈ ਉਹ ਜਾਂਦਾ ਸੀ ਭੇਟ ਚੜਾਉਣ ਦੇ ਲਈ ਔਰ ਉਹ ਪਸ਼ੂਆਂ ਦੇ ਲਹੂਆਂ ਦੀ ਭੇਟ ਚੜਾਉਂਦਾ ਸੀ ਔਰ ਤਾਂ ਕਿ ਲੋਕਾਂ ਦੇ ਪਾਪ ਮਾਫ ਹੋ ਜਾਣ ਹਰ ਵਰੇ। ਪਰ ਇਹ ਤਾਂ ਇੱਕੋ ਇੱਕ ਵਾਰੀ ਆਪਣੇ ਆਪ ਨੂੰ ਚੜਾ ਕੇ, ਆਪਣੇ ਆਪ ਨੂੰ ਸ਼ੁੱਧ ਤੇ ਪਵਿੱਤਰ ਬਲੀਦਾਨ ਚੜਾ ਕੇ ਔਰ ਇੱਕੋ ਵਾਰੀ ਲੋਕਾਂ ਦੇ ਪਾਪਾਂ ਨੂੰ ਧੋ ਕੇ ਮਾਫ ਕਰਕੇ ਸਵਰਗ ਦੇ ਵਿੱਚ ਉਸ ਥਾਂ ਤੇ ਜਾ ਕੇ ਬੈਠ ਗਿਆ ਔਰ ਜਿਹੜਾ ਹੱਥ ਦੇ ਬਣਾਇਆ ਹੋਇਆ ਭਵਨ ਨਹੀਂ ਹੈ। ਲੇਕਿਨ ਇਸ ਤੋਂ ਪਹਿਲਾਂ ਤਾਂ ਹੱਥ ਦੇ ਬਣਾਏ ਹੋਏ ਭਵਨਾਂ ਦੇ ਵਿੱਚ ਪਾਪਾਂ ਦੀ ਮਾਫੀ ਦੇ ਲਈ ਔਰ ਪਸ਼ੂਆਂ ਦੀ ਬਲੀ ਚੜਾਈ ਜਾਂਦੀ ਸੀ। ਇਹਨੇ ਆਪਣੀ ਇੱਕੋ ਵਾਰੀ ਬਲੀ ਦੇ ਕੇ ਤੇ ਪਰਮੇਸ਼ਰ ਦੇ ਕੋਲ ਜਾ ਕੇ ਸੱਜੇ ਹੱਥ ਬੈਠ ਗਿਆ। ਸੋ ਪਵਿੱਤਰ ਆਤਮਾ ਵੀ ਇਹ ਦੱਸਦਾ ਹੈ
ਕਿ ਭਈ ਪਵਿੱਤਰ ਸਥਾਨਾਂ ਦਾ ਰਾਹ ਤਾਂ ਅਜੇ ਖੁੱਲ੍ਹਾ ਹੀ ਨਹੀਂ ਸੀ ਹੋਇਆ, ਔਰ ਜਿੰਨਾ ਚਿਰ ਪਹਿਲਾ ਡੇਰਾ ਖਲੋਤਾ ਸੀ ਮੂਸਾ ਦਾ ਬਣਾਇਆ ਹੋਇਆ, ਉਦੋਂ ਤੱਕ ਤਾਂ ਕੋਈ ਰਸਤਾ ਮਿਲਿਆ ਹੀ ਨਹੀਂ ਸੀ। ਅਸੀਂ ਸਵਰਗ ਵਿੱਚ ਕਿਵੇਂ ਜਾ ਕੇ ਵੜਾਂਗੇ? ਇਹ ਤਾਂ ਪਰਮੇਸ਼ਰ ਦੀ ਦਇਆ ਕਿਰਪਾ ਹੈ। ਹੁਣ ਮੈਂ ਇਹ ਗੱਲ ਦੱਸ ਰਿਹਾ ਕਿ ਸੱਚਮੁੱਚ ਉਹਦੀ ਸਚਾਈ ਤਾਂ ਥਾਂ ਥਾਂ ਤੇ ਇੱਕ ਇੱਕ ਵਚਨ ਵਿੱਚ ਪ੍ਰਗਟ ਹੋ ਰਹੀ ਹੈ, ਔਰ ਉਹਦਾ ਰਸਤਾ ਇੱਕ ਇੱਕ ਵਚਨ ਵਿੱਚ ਪ੍ਰਗਟ ਹੋ ਰਿਹਾ ਹੈ। ਉਹ ਤੁਹਾਨੂੰ ਦੱਸ ਰਿਹਾ ਕਿ ਇਹ ਰਸਤੇ ਤੇ ਜਿਹੜਾ ਇੱਕ ਸਿੱਧਾ ਸਵਰਗ ਨੂੰ ਜਾਂਦਾ ਹੈ, ਇਹ ਰਸਤੇ ਦੇ ਚੱਲਣ ਦੇ ਲਈ ਕੀ ਨਿਯਮ ਕਾਨੂੰਨ ਹੁਕਮਾਂ ਵਿਧੀਆਂ ਔਰ ਕੀ ਤੁਹਾਨੂੰ ਵਾਰ-ਵਾਰ ਤੁਹਾਨੂੰ ਸਿੱਖਿਆ ਦਿੰਦਾ ਹੈ, ਤਾਂ ਕਿ ਅਸੀਂ ਉਹ ਬਾਟ ਨੂੰ ਮਿਟਾ ਕੇ ਪੂਰੀ ਕਰਕੇ ਅਸੀਂ ਪ੍ਰਭੂ ਯੀਸ਼ੂ ਦੇ ਕੋਲ ਜਾ ਪਹੁੰਚੀਏ, ਉਸ ਬਾਟ ਨੂੰ ਪੂਰੀ ਕਰਕੇ। ਸੋ ਵੇਖੀਏ ਯਹੂਨਾ ਦੀ ਕਿਤਾਬ 8 ਅਧਿਆਏ ਦਾ 32 ਵਚਨ ਹੈ, ਔਰ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ। ਸਚਾਈ ਨੂੰ ਜਾਣੋਗੇ, ਸਚਾਈ ਤੁਹਾਨੂੰ ਆਜ਼ਾਦ ਕਰੇਗੀ। ਅਸੀਂ ਜਾਣਦੇ ਹਾਂ ਕਿ ਵਿਵਸਥਾ ਜਿਹੜੀ ਲਾ ਹੈ, ਤੁਰੇਤ ਹੈ, ਉਹ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਤੇ ਸਚਾਈ ਤਾਂ ਯੀਸ਼ੂ ਮਸੀਹ ਦੇ ਦੁਆਰਾ ਹੀ ਸਾਡੇ ਕੋਲ ਪਹੁੰਚੀ ਹੈ। ਜੇ ਉਹਦੀ ਕਿਰਪਾ ਨਾ ਹੁੰਦੀ ਤਾਂ ਅਸੀਂ ਬਚਾਏ ਨਹੀਂ ਸੀ ਜਾ ਸਕਦੇ। ਅਸੀਂ ਤਾਂ ਆਪੋ ਆਪਣੇ ਧਰਮਾਂ ਦੇ ਅਨੁਸਾਰ ਤੇ ਜਿਵੇਂ ਲੋਕਾਂ ਨੇ ਬਣਾਏ ਤੇ ਉਵੇਂ ਚੱਲਦੇ ਸੀ। ਅਸੀਂ ਤਾਂ ਉਹਨਾਂ ਦੇ ਅਨੁਸਾਰ ਚੱਲਦੇ ਸੀ, ਜਿਹਦੇ ਕਰਕੇ ਅਸੀਂ ਪਰਮੇਸ਼ਰ ਤੋਂ ਦੂਰ ਸੀ। ਜਦ ਪਰਮੇਸ਼ਰ ਨੇ ਆਪਣੀ ਸਚਾਈ ਨੂੰ ਪ੍ਰਗਟ ਕੀਤਾ, ਜਦ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਰਸਤਾ, ਉਹ ਰਾਹ ਸਾਨੂੰ ਦੱਸਿਆ ਜਿਹਦੇ ਉੱਤੇ ਚੱਲ ਕੇ ਅਸੀਂ ਸਵਰਗ 'ਚ ਬੈਠਾਂਗੇ, ਤਾਂ ਉਹਨੇ ਸਾਡੇ ਪਾਪਾਂ ਬੁਰਾਈਆਂ ਦਾ ਲੇਖਾ ਨਹੀਂ ਸੀ ਕੀਤਾ। ਉਹ ਕਿੰਨਾ ਭਲਾ ਦਿਆਲੂ ਕਿਰਪਾਲੂ ਹੈ ਕਿ ਸਾਡੇ ਸਾਰੀਆਂ ਪਾਪਾਂ ਬੁਰਾਈਆਂ ਨੂੰ ਮਾਫ ਕਰ ਦਿੱਤਾ। ਅੱਜ ਪ੍ਰਭੂ ਤੁਹਾਨੂੰ ਵੀ ਕਹਿ ਰਿਹਾ ਹੈ, ਆਓ ਆਓ ਆਓ, ਵਾਰ-ਵਾਰ ਬੁਲਾ ਰਿਹਾ ਹੈ, ਔਰ ਤਾਂ ਕਿ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰੋ ਔਰ ਬਪਤਿਸਮਾ ਲੈ ਕੇ ਤੁਸੀਂ ਉਹ ਮੁਕਤੀ ਨੂੰ ਪ੍ਰਾਪਤ ਕਰੋ ਜਿਹੜੀ ਪ੍ਰਭੂ ਨੇ ਤੁਹਾਡੇ ਲਈ ਰੱਖੀ ਹੋਈ ਹੈ। ਉਸ ਤੋਂ ਬਿਨਾਂ ਤਾਂ ਮੁਕਤੀ ਕਿਤੋਂ ਮਿਲਦੀ ਨਹੀਂ ਹੈ। ਇਹ ਤਾਂ ਪਰਮੇਸ਼ਰ ਦੀ ਦਇਆ ਕਿਰਪਾ ਰਹਿਮ ਸਾਡੇ ਉੱਤੇ ਹੋਇਆ ਹੈ, ਜਿਹਦੇ ਨਾਲ ਸਾਨੂੰ ਮੁਕਤੀ ਮਿਲ ਗਈ ਹੈ। ਇਹ ਮਿਲ ਗਈ ਹੈ ਕਿਉਂਕਿ ਜਦੋਂ ਦਾ ਪ੍ਰਭੂ ਨੂੰ ਜਾਣਿਆ ਹੈ, ਅਸੀਂ ਕਦੇ ਇੱਕ ਪਲ ਵੀ ਖੱਬੇ ਸੱਜੇ ਉਹਦੇ ਰਸਤੇ ਤੋਂ ਨਹੀਂ ਹਟਦੇ, ਕਦੇ ਪਿਛਾਂਹ ਮੁੜ ਕੇ ਨਹੀਂ ਵੇਖਦੇ। ਦਿਨ ਪ੍ਰਤੀ ਦਿਨ ਅੱਗੇ ਵੱਧਦੇ ਜਾ ਰਹੇ ਹਾਂ। ਉਹਦੇ ਚਿਹਰੇ ਦੀ ਚਮਕਾਰ ਸਾਨੂੰ ਆਪਣੀ ਉਹ ਰੋਸ਼ਨੀ ਦੇ ਕੇ ਉਹ ਰਸਤਿਆਂ ਤੇ ਲੈ ਕੇ ਜਾ ਰਹੀ ਹੈ, ਔਰ ਜਿੱਥੇ ਹਨੇਰਾ ਵੀ ਹੋਵੇ, ਜਦੋਂ ਉਹ ਚਾਨਣ ਬਣ ਕੇ ਚਮਕਦਾ ਤੇ ਸਾਡੇ ਲਈ ਉਹ ਇੱਕ ਚਾਨਣ ਦਾ ਸਿੱਧਾ ਤੇ ਪੱਧਰਾ ਰਾਹ ਸਾਨੂੰ ਦਿਖਾਈ ਦਿੰਦਾ ਹੈ। ਅਸੀਂ ਉਹਦੇ ਤੇ ਤੁਰੇ ਜਾਂਦੇ ਹਾਂ। ਸੋ ਇਸੇ ਗੱਲ ਕਰਕੇ ਪ੍ਰਭੂ ਯੀਸ਼ੂ ਨੇ ਯਹੂਦੀਆਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਪਾਪ ਦਾ ਗੁਲਾਮ ਹੈ। ਅੱਜ ਲੋਕੀ ਪਾਪਾਂ ਦੀ ਗੁਲਾਮੀ 'ਚ ਹੈ। ਦੁਨੀਆ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਵੀ ਪਿਆਰ ਕਰਦੀ ਹੈ, ਉਹਨਾਂ ਦੀ ਗੁਲਾਮੀ ਕਰਦੀ ਹੈ। ਜੇ ਕੋਈ ਕਿਸੇ ਤੋਂ ਉਧਾਰ ਲੈਂਦਾ ਹੈ ਤਾਂ ਉਧਾਰ ਲੈਂਦਾ ਹੈ ਤਾਂ ਅਸੀਂ ਇਹ ਜਾਣਦੇ ਹਾਂ ਕਿ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੁੰਦਾ ਹੈ। ਕੋਈ ਅੱਜ ਪੈਸੇ ਦੀ ਗੁਲਾਮੀ ਕਰਦਾ ਹੈ, ਕੋਈ ਖਾਣ ਪੀਣ ਦੀ ਗੁਲਾਮੀ ਕਰਦਾ ਹੈ, ਕੋਈ ਧਨ ਦੌਲਤ ਦੀ ਗੁਲਾਮੀ ਕਰਦਾ ਹੈ, ਕੋਈ ਆਪਣੀ ਇੱਕ ਸੰਸਾਰਕ ਪ੍ਰੇਮ ਦੇ ਬਦਲੇ ਉਹਦੀ ਗੁਲਾਮੀ ਕਰਦਾ ਹੈ। ਤੇ ਸੱਚਮੁੱਚ ਹਰੇਕ ਜਿਹੜਾ ਪਾਪ ਕਰਦਾ ਉਹ ਪਾਪ ਦਾ ਗੁਲਾਮ ਹੈ। ਅੱਜ ਸਾਰੀ ਦੁਨੀਆ ਪਾਪ ਦੇ ਵਿੱਚ ਪਈ ਹੋਈ ਪਾਪ ਦੀ ਗੁਲਾਮੀ ਕਰ ਰਹੀ ਹੈ। ਇਸੇ ਕਰਕੇ ਪ੍ਰਭੂ ਨੇ ਇਹੀ ਗੱਲ ਕਹੀ ਹੈ ਕਿ ਸਭ ਦੁਨੀਆ ਦੇ ਉੱਤੇ ਤਾਂ ਮੈਂ ਨਿਗਾਹ ਮਾਰਦਾ ਕਿ ਮੈਨੂੰ ਤਾਂ ਅਬਰਾਹਮ ਵਰਗਾ, ਕੋਈ ਮੂਸਾ ਵਰਗਾ ਕੋਈ ਮਿੱਤਰ ਲੱਭਦਾ ਹੀ ਨਹੀਂ ਹੈ। ਸਭ ਮਤਲਬ ਦੇ ਯਾਰ ਨੇ, ਪ੍ਰਭੂ ਦਾ ਯਾਰ ਮਿੱਤਰ ਤਾਂ ਕੋਈ ਨਜ਼ਰ ਨਹੀਂ ਆਉਂਦਾ। ਅੱਜ ਪ੍ਰਭੂ ਚਾਹੁੰਦਾ ਹੈ ਕਿ ਜਿਵੇਂ ਅਬਰਾਹਮ ਪ੍ਰਭੂ ਯੀਸ਼ੂ ਦਾ ਮਿੱਤਰ ਕਹਾਇਆ, ਇਸੇ ਤਰੀਕੇ ਦੇ ਨਾਲ ਆਪਣੇ ਆਪ ਦਾ ਇਨਕਾਰ ਕਰੋ ਮਿੱਤਰ ਕਹਾਉਣ ਦੇ ਲਈ। ਜਿੱਥੇ ਤੁਸੀਂ ਡੇਰਾ ਲਾ ਕੇ ਰੱਖਿਆ, ਉਹਨਾਂ ਆਲੇ ਦੁਆਲੇ ਦੀਆਂ ਵਸਤੂਆਂ ਤੋਂ ਵੀ ਇਨਕਾਰ ਕਰੋ, ਫਿਰ ਪ੍ਰਭੂ ਤੁਹਾਨੂੰ ਕਬੂਲ ਕਰੇਗਾ। ਇਸੇ ਕਰਕੇ ਉਹਨੇ ਕਿਹਾ ਕਿ ਜਿਹੜਾ ਆਪਣੇ ਆਪ ਦੀ ਇਨਕਾਰੀ ਕਰਕੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਆਪਣੀਆਂ ਐਸ਼ ਪ੍ਰਸਤੀਆਂ ਨੂੰ, ਆਪਣੇ ਸਰੀਰ ਦੀਆਂ ਅਭਿਲਾਸ਼ਾਂ ਨੂੰ ਛੱਡਣਾ, ਮਾਰਨਾ, ਇਸ ਸੰਸਾਰ ਤੋਂ ਲਾਂਭੇ ਰਹਿਣਾ,
ਇਹੀ ਇੱਕ ਸਲੀਬ ਚੁੱਕਣੀ ਹੈ ਤੇ ਆਪਣੇ ਆਪ ਨੂੰ ਮਾਰਨਾ ਤੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਅਰਪਣ ਕਰਨਾ। ਹੁਣ ਮੈਂ ਅੱਗੋਂ ਇਸ ਗੱਲ ਤੇ ਆ ਰਿਹਾ ਕਿ ਗੁਲਾਮ ਤਾਂ ਬਾਹਰ ਤੁਰਦਾ ਫਿਰਦਾ ਹੈ। ਜਦੋਂ ਅਸੀਂ ਅਯੂਬ ਦੀ ਕਿਤਾਬ 'ਚ ਵੇਖਦੇ ਹਾਂ, ਪ੍ਰਭੂ ਪੁੱਛ ਰਿਹਾ ਸ਼ੈਤਾਨ ਤੂੰ ਕਿੱਥੋਂ ਆਇਆ ਬਈ? ਉਹ ਕਹਿੰਦਾ ਮੈਂ ਤਾਂ ਦੁਨੀਆ 'ਚ ਘੁੰਮ ਫਿਰ ਕੇ ਆਇਆ। ਉਹ ਜਿਹੜਾ ਗੁਲਾਮ ਹੈ ਉਹ ਤਾਂ ਬਾਹਰ ਘੁੰਮਦਾ ਫਿਰਦਾ ਹੈ, ਸ਼ੈਤਾਨ ਦਾ ਸਾਥੀ ਹੈ। ਪਰ ਔਰ ਜਿਹੜਾ ਅਸੀਂ ਪ੍ਰਭੂ ਯੀਸ਼ੂ ਦੇ ਅਸੀਂ ਪ੍ਰਭੂ ਯੀਸ਼ੂ ਦੇ ਘਰ ਵਿੱਚ ਹੀ ਬੜੇ ਰਹਿੰਦੇ ਹਾਂ। ਅਸੀਂ ਆਮ ਬਾਹਰ ਦੁਨੀਆਦਾਰੀ ਦੇ ਨਹੀਂ ਹਾਂ, ਦੁਨੀਆਦਾਰੀ 'ਚ ਫਿਰਦੇ ਨਹੀਂ ਹਾਂ। ਇਸ ਕਰਕੇ ਜਿਹੜਾ ਪ੍ਰਭੂ ਦਾ ਪੁੱਤਰ ਹੈ ਉਹ ਸਦਾ ਘਰ ਵਿੱਚ ਰਹਿੰਦਾ ਹੈ, ਔਰ ਜਿਹੜਾ ਗੁਲਾਮ ਹੈ ਉਹ ਸਦਾ ਬਾਹਰ ਸ਼ੈਤਾਨ ਤੇ ਸ਼ੈਤਾਨ ਦੇ ਪੁੱਤਰਾਂ ਦੀ ਗੁਲਾਮੀ ਕਰਦਾ ਬਾਹਰ ਫਿਰਦਾ ਹੈ। ਤੁਸੀਂ ਕਦੋਂ ਆਪਣੀਆਂ ਅੱਖਾਂ ਖੋਲੋਗੇ? ਅੱਜ ਹੀ ਅੱਖਾਂ ਖੋਲਣ ਦਾ ਸਮਾਂ ਹੈ। ਉਹ ਕਹਿ ਰਿਹਾ ਹੈ ਮੈਂ ਜੀਵਨ ਹਾਂ। ਆਓ ਅਸੀਂ ਵੇਖੀਏ ਉਹ ਕਿਵੇਂ ਕਹਿੰਦਾ ਮੈਂ ਜੀਵਨ ਹਾਂ। ਯਹੂਨਾ ਪਹਿਲੇ ਅਧਿਆਏ ਦਾ 4-5 ਵਚਨ ਹੈ, ਔਰ ਉਸ ਵਿੱਚ ਜਿਉਣ ਸੀ। ਕਿਹਦੇ ਵਿੱਚ? ਪਰਮੇਸ਼ਰ ਸ਼ਬਦ ਦੇ ਵਿੱਚ। ਅਤੇ ਉਹ ਜਿਉਣ ਇਨਸਾਨ ਦਾ ਚਾਨਣ ਸੀ। ਉਹ ਚਾਨਣ ਹਨੇਰੇ 'ਚ ਚਮਕਦਾ ਹੈ, ਪਰ ਹਨੇਰੇ ਨੇ ਉਹਨੂੰ ਨਾ ਬੁਝਾਇਆ। ਪ੍ਰਭੂ ਕਹਿ ਰਿਹਾ ਕਿ ਮੇਰੇ ਵਸੀਲੇ ਬਿਨਾ ਕੋਈ ਪਰਮੇਸ਼ਰ ਕੋਲ ਨਹੀਂ ਆਉਂਦਾ। ਇਹ ਤਾਂ ਸ਼ੁਕਰ ਹੈ ਰੱਬ ਦਾ ਕਿ ਪ੍ਰਭੂ ਯੀਸ਼ੂ ਨੇ ਆਪਣੀ ਜਾਨ ਦਾ ਮੁੱਲ ਦੇ ਕੇ ਸਾਡਾ ਮੇਲ ਮਿਲਾਪ ਪਰਮੇਸ਼ਰ ਨਾਲ ਕਰਾ ਦਿੱਤਾ। ਇਹ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਕਰਨਾ ਕੀ ਹੈ? ਜੋ ਕੁਝ ਸਵਰਗ ਦੇ ਵਿੱਚ ਪਰਮੇਸ਼ਰ ਦਾ ਹੈ, ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਨਹੀਂ ਹਨ, ਔਰ ਸਾਡਾ ਮੇਲ ਮਿਲਾਪ ਉਹਨਾਂ ਦੇ ਨਾਲ ਕਰਾਤਾ ਹੈ। ਜਿਹੜੀਆਂ ਅਸੀਂ ਚੀਜ਼ਾਂ ਧਰਤੀ ਤੇ ਦੇਖ ਰਹੇ ਹਾਂ, ਅਸੀਂ ਉਹ ਅਜੇ ਆਕਾਸ਼ ਵਿੱਚ ਦੇਖ ਰਹੇ ਹਾਂ। ਉਹਨਾਂ ਸਾਰਿਆਂ ਦਾ ਮੇਲ ਮਿਲਾਪ ਸਵਰਗ ਦੇ ਵਿੱਚ ਪ੍ਰਭੂ ਨੇ ਆਪਣੀ ਜਾਨ ਦੇ ਕੇ ਸਾਡਾ ਉਹਨਾਂ ਦੇ ਨਾਲ ਮੇਲ ਮਿਲਾਪ ਕਰਾ ਦਿੱਤਾ ਹੈ। ਸੋ ਯਹੂਨਾ 14 ਅਧਿਆਏ ਦਾ 11 ਵਚਨ ਹੈ, ਪਿਤਾ ਮੇਰੇ ਵਿੱਚ ਹੈ, ਮੈਂ ਪਿਤਾ ਵਿੱਚ ਹਾਂ। ਇਹਦਾ ਮਤਲਬ ਮੈਂ ਤੇ ਪਿਤਾ ਇੱਕ ਹਾਂ। ਜੇ ਮੇਰੇ 'ਚ ਪ੍ਰਭੂ ਹੈ, ਮੇਰੇ 'ਚ ਪਰਮੇਸ਼ਰ ਹੈ, ਤਾਂ ਮੈਂ ਪ੍ਰਭੂ ਵਿੱਚ ਹਾਂ, ਪ੍ਰਭੂ ਮੇਰੇ ਵਿੱਚ ਹੈ। ਇਸੇ ਕਰਕੇ ਅੱਜ ਅਸੀਂ ਪਿਤਾ, ਪਵਿੱਤਰ ਆਤਮਾ, ਪ੍ਰਭੂ ਯੀਸ਼ੂ ਦੇ ਨਾਲ ਇੱਕ ਹੋ ਗਏ ਹਾਂ। ਸੋ ਆਓ ਹੁਣ ਅਸੀਂ ਇਹ ਵੇਖ ਰਹੇ ਹਾਂ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਰਮੇਸ਼ਰ ਬਚਾਉਣਾ ਚਾਹੁੰਦਾ ਹੈ, ਪਰ ਸ਼ੈਤਾਨ ਨੇ ਉਹਨਾਂ ਦੀ ਮੱਤ ਮਾਰਤੀ ਹੈ। ਸ਼ੈਤਾਨ ਨੇ ਉਹਨਾਂ ਦੀ ਬੁੱਧੀ ਬੰਦ ਕਰ ਦਿੱਤੀ ਹੈ। ਅੱਜ ਜੇ ਪ੍ਰਭੂ ਕੋਲੇ ਆਓਗੇ ਤੇ ਉਹ ਸ਼ੈਤਾਨ ਨੂੰ ਹਰਾ ਕੇ ਉਹਨਾਂ ਦੀ ਬੁੱਧ ਨੂੰ ਖੋਲ ਦੇਗਾ। ਔਰ ਵੇਖੀਏ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੀ ਬੁੱਧੀ ਬੰਦ ਹੁੰਦੀ ਹੈ। 2 ਕਰੰਥੀਆਂ 4 ਅਧਿਆਏ ਦਾ 4 ਵਚਨ ਹੈ, ਜਿਹੜੇ ਨਾਸ਼ ਹੋ ਰਹੇ ਹਨ ਉਹਨਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ, ਇਸ ਯੁੱਗ ਦੇ ਸ਼ੈਤਾਨ ਨੇ ਬੇਵਿਸ਼ਵਾਸੀਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ ਨੇ। ਮਤੇ ਮਸੀਹ ਜੋ ਪਰਮੇਸ਼ਰ ਦਾ ਰੂਪ ਹੈ, ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਇਹੀ ਕਾਰਨ ਹੈ ਕਿ ਅੱਜ ਜਿਵੇਂ ਪਹਿਲੇ ਸਮੇਂ 'ਚ ਹੁੰਦਾ ਆਇਆ ਹੈ ਕਿ ਪਰਮੇਸ਼ਰ ਦੇ ਸੰਤ ਸੇਵਕਾਂ ਦੇ ਨਾਲ, ਪਰਮੇਸ਼ਰ ਦੀ ਪਰਜਾ ਦੇ ਨਾਲ ਅੱਜ ਸ਼ੈਤਾਨ ਦੀ ਪਰਜਾ ਵੈਰ ਰੱਖਦੀ ਹੈ, ਇਹ ਦੁਸ਼ਮਣਾਈ ਕਰਦੀ ਹੈ। ਬਥੇਰਾ ਨਬੀਆਂ ਨੇ ਵਾਰ-ਵਾਰ ਪਰਮੇਸ਼ਰ ਨੇ ਨਬੀਆਂ ਨੂੰ ਭੇਜਿਆ ਤਾਂ ਕਿ ਉਹਨਾਂ ਨੂੰ ਪਰਮੇਸ਼ਰ ਦੀ ਬੁੱਧੀ ਮਿਲ ਜਾਏ, ਪਰ ਉਹਨਾਂ ਨੇ ਉਹਨਾਂ ਦੀ ਬਾਣੀ ਵੱਲ ਕੰਨ ਨਹੀਂ ਧਰਿਆ। ਤੇ ਇਸੇ ਕਰਕੇ ਔਰ ਅੱਜ ਉਹ ਸਾਰੇ ਦੇ ਸਾਰੇ ਸ਼ੈਤਾਨ ਨੇ ਮੂਰਖ ਬਣਾ ਕੇ ਉਹਨਾਂ ਦੀ ਬੁੱਧੀ ਬੰਦ ਕਰ ਦਿੱਤੀ ਹੈ ਵੀ ਉਹ ਕਿਤੇ ਮੁੜ ਕੇ ਪਰਮੇਸ਼ਰ ਕੋਲ ਨਾ ਆਉਣ। ਉਹ ਨਾਸ਼ ਹੋਣ ਦੇ ਲਈ ਰੱਖੇ ਨੇ, ਪਰ ਪ੍ਰਭੂ ਨੂੰ ਤਾਂ ਇਸ ਗੱਲ 'ਚ ਖੁਸ਼ੀ ਹੈ ਕਿ ਤੁਸੀਂ ਬਚਾਏ ਜਾਓ। ਕਿਸੇ ਦੇ ਨਾਸ਼ ਹੋਣ 'ਚ ਖੁਸ਼ੀ ਨਹੀਂ ਹੈ। ਉਹ ਤਾਂ ਇਹ ਚਾਹੁੰਦਾ ਕਿ ਸਾਰਾ ਜਗਤ ਬਚਾਇਆ ਜਾਏ। ਸੋ ਆਓ ਜਿਹੜੇ ਪਰਮੇਸ਼ਰ ਤੋਂ ਦੂਰ ਬੈਠੇ ਨੇ ਉਹ ਅੱਜ ਪਰਮੇਸ਼ਰ ਦੇ ਵੱਲ ਆਪਣੇ ਆਪ ਨੂੰ ਮੋੜੀਏ। ਸੋ ਆਓ ਅਸੀਂ ਵੇਖੀਏ ਪਰਮੇਸ਼ਰ ਦਾ ਵਚਨ ਕਿ ਸਾਡੀਆਂ ਅੱਖਾਂ ਜਿਹਨੇ ਖੋਲੀਆਂ ਨੇ, ਅਸੀਂ ਹਮੇਸ਼ਾ ਉਹਨੂੰ ਦੇਖਦੇ ਰਹਿੰਦੇ ਹਾਂ, ਉਹ ਸਾਨੂੰ ਦੇਖਦਾ ਰਹਿੰਦਾ ਹੈ, ਕਿਉਂਕਿ ਅਸੀਂ ਪਰਮੇਸ਼ਰ ਦੇ ਰੂਪ ਦੇ ਵਿੱਚ ਇੱਕ ਰੂਪ ਹੋਏ ਹਾਂ। ਕਿਵੇਂ ਰੂਪ ਹੋਏ ਹਾਂ? ਉਹ ਕਿਵੇਂ ਪਰਮੇਸ਼ਰ ਦਾ ਰੂਪ ਹੈ? ਕਲੀਸਿਆ ਦੀ ਪੱਤਰੀ ਪਹਿਲਾ ਅਧਿਆਏ 15 ਵਚਨ ਵੱਲ ਵੇਖੀਏ।
ਉਹ ਅਲਖ ਪਰਮੇਸ਼ਰ ਦਾ ਰੂਪ ਹੈ ਅਤੇ ਸਾਰੀ ਸ੍ਰਿਸ਼ਟ ਵਿੱਚ ਜੇਠਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਪਰਮੇਸ਼ਰ ਦਾ ਜੇਠਾ ਪੁੱਤਰ ਹੈ। ਉਹ ਪਰਮੇਸ਼ਰ ਦਾ ਜੇਠਾ ਪੁੱਤਰ ਤਾਂ ਹੈ ਹੀ, ਪਰ ਸਾਰੀ ਸ੍ਰਿਸ਼ਟ ਵਿੱਚ ਜਿਹੜੀ ਉਹਨੇ ਬਣਾਈ ਹੈ ਉਹਦੇ ਵਿੱਚੋਂ ਜੇਠਾ ਹੈ। ਜੇ ਉਹ ਸਭ ਤੋਂ ਵੱਡਾ ਹੈ, ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਧਰਤੀ ਆਕਾਸ਼ ਜੋ ਕੁਝ ਵੀ ਹੈ, ਇਹ ਸਾਰਾ ਕੁਝ ਬਣਾਉਣ ਦਾ ਅਖਤਿਆਰ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਦਿੱਤਾ। ਅੱਜ ਪ੍ਰਭੂ ਚਾਹੁੰਦਾ ਹੈ ਜੇ ਤੁਸੀਂ ਬਾਲਕ ਹਾਂ ਪਰਮੇਸ਼ਰ ਦੇ, ਜੇ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਜੇ ਤੁਸੀਂ ਚਾਨਣ ਦੇ ਪੁੱਤਰ ਹੋ, ਤੇ ਸੱਚਮੁੱਚ ਤੁਸੀਂ ਉਹਦੇ ਨਾਲ ਇੱਕੋ ਹੀ ਰੂਪ ਹੋ ਜਾਓਗੇ। ਸਾਰੀ ਦੁਨੀਆ ਕਹੇਗੀ ਕਿ ਇਹ ਸੱਚਮੁੱਚ ਪਰਮੇਸ਼ਰ ਦੀ ਪਰਜਾ ਹੈ, ਕਿਉਂਕਿ ਪਰਮੇਸ਼ਰ ਉਹਨਾਂ ਦੇ ਜੀਵਨ 'ਚ ਪ੍ਰਗਟ ਹੋ ਕੇ ਵੱਡੇ ਵੱਡੇ ਕੰਮ ਕਰਦਾ ਹੈ। ਸੋ ਐਸੀ ਕਾਰਨ ਕਰਕੇ ਜਦੋਂ ਅਸੀਂ ਇਹ ਵੇਖ ਰਹੇ ਹਾਂ ਕਿ ਜੋ ਕੁਝ ਆਕਾਸ਼ ਦੇ ਉੱਤੇ ਹੈ, ਜੋ ਸਵਰਗ ਦੇ ਉੱਤੇ ਹੈ, ਉਹ ਸਾਰੀਆਂ ਵਸਤੂਆਂ ਪਰਮੇਸ਼ਰ ਪ੍ਰਭੂ ਤੋਂ ਉਤਪੰਨ ਹੋਈਆਂ। ਸਵਰਗ ਵਿੱਚ ਨਾ ਦਿਸਣ ਵਾਲੀਆਂ ਚੀਜ਼ਾਂ, ਧਰਤੀ ਦੇ ਵਿੱਚ ਨਾ ਦਿਸਣ ਵਾਲੀਆਂ ਚੀਜ਼ਾਂ, ਸਮੁੰਦਰ 'ਚ ਨਾ ਦਿਸਣ ਵਾਲੀਆਂ ਚੀਜ਼ਾਂ, ਇਹ ਸਾਰੀਆਂ ਪਰਮੇਸ਼ਰ ਪ੍ਰਭੂ ਤੋਂ ਪੈਦਾ ਹੋਈਆਂ ਨੇ। ਲੇਕਿਨ ਤੁਹਾਡੇ ਅੰਦਰ ਕੀ ਹੈ ਜਿਹੜਾ ਨਹੀਂ ਦਿਖਦਾ? ਤੁਹਾਡੇ ਅੰਦਰ ਕੀ ਹੈ ਜਿਹੜਾ ਨਹੀਂ ਦਿਖਦਾ? ਤੁਹਾਡੇ ਵਿਚਾਰ ਕਿਸੇ ਨੂੰ ਨਜ਼ਰ ਨਹੀਂ ਆਉਂਦੇ, ਤੁਹਾਡੀਆਂ ਸੋਚਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ, ਕਿਸੇ ਦੀਆਂ ਬਦੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ, ਕਿਸੇ ਦੇ ਪਾਪ, ਕਿਸੇ ਦੀਆਂ ਚਲਾਕੀਆਂ, ਕੋਈ ਈਰਖਾ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਪਰ ਪ੍ਰਭੂ ਦੀਆਂ ਅੱਖਾਂ ਤਾਂ ਹਰ ਥਾਂ ਤੇ ਨੇ। ਜਿਨ੍ਹਾਂ ਨੂੰ ਉਹ ਸੋਚਣ ਵਾਸਤੇ ਦਿਲ ਤੇ ਦਿਮਾਗ ਦਿੱਤਾ ਹੈ, ਉਹ ਦਿਲ ਤੇ ਦਿਮਾਗ ਤੇ ਗੁਰਦਿਆਂ ਨੂੰ ਜਾਂਚਣ ਪਰਖਣ ਵਾਲਾ ਪ੍ਰਭੂ ਹੈ। ਸੋ ਉਸ ਕਰਕੇ ਪ੍ਰਭੂ ਕਹਿ ਰਿਹਾ ਕਿ ਭਾਈ ਤੁਹਾਡੀਆਂ ਸੋਚਾਂ, ਤੁਹਾਡੇ ਵਿਚਾਰ ਮੇਰੇ ਵਿਚਾਰ ਮੇਰੀਆਂ ਸੋਚਾਂ ਬਣ ਜਾਣ। ਮੇਰੇ ਵਿਚਾਰ ਮੇਰੀਆਂ ਸੋਚਾਂ ਤੁਹਾਡੇ ਤੋਂ ਇੰਨੀਆਂ ਉੱਚੀਆਂ ਨੇ ਜਿੰਨਾ ਧਰਤੀ ਤੋਂ ਆਕਾਸ਼ ਉੱਚਾ ਹੈ। ਅੱਜ ਹਰ ਇੱਕ ਨੂੰ ਇਹੀ ਬੇਨਤੀ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਪ੍ਰਭੂ ਸਾਡੇ ਵਿਚਾਰ, ਸਾਡੇ ਖਿਆਲ, ਸਾਡੀਆਂ ਸੋਚਾਂ ਤੇਰੇ ਮਨ ਪਾਉਂਦੇ ਵਿਚਾਰ ਤੇ ਤੇਰੇ ਮਨ ਪਾਉਂਦੀਆਂ ਸੋਚਾਂ ਹੋ ਜਾਣ। ਸੋ ਵੇਖੀਏ ਕੁਲੀਸਿਆ ਪਹਿਲਾ ਅਧਿਆਇ ਦਾ 17 ਵਚਨ, ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸਭ ਕੁਝ ਉਹਦੇ ਵਿੱਚ ਕਾਇਮ ਰਹਿੰਦਾ ਹੈ। ਸੋ ਆਓ ਅਸੀਂ ਵੇਖੀਏ ਪ੍ਰਕਾਸ਼ ਦੀ ਪੋਥੀ 4 ਅਧਿਆਇ ਦਾ 11 ਵਚਨ। ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ, ਤੂੰ ਮਹਿਮਾ, ਮਾਣ ਅਤੇ ਸਮਰੱਥਾ ਲੈਣ ਦੇ ਯੋਗ ਹੈ। ਇਹ ਕਿਉਂ ਹੈ ਬਈ? ਇਹ ਕਿਉਂ ਹੈ? ਇਹ ਤਾਂ ਸਵਰਗ ਦੇ ਵਿੱਚ ਜਿਹੜੇ 24 ਬਜ਼ੁਰਗ ਨੇ, ਚਾਰੇ ਜੰਤੂ ਨੇ, ਉਹ ਵੀ ਇਹੀ ਬੋਲ ਰਹੇ ਨੇ ਕਿ ਪਰਮੇਸ਼ਰ ਚਾਹੁੰਦਾ ਹੈ ਜੇ ਅਸੀਂ ਜਿਹੜੇ ਪਰਮੇਸ਼ਰ ਦੇ ਲੋਕ ਨੇ ਉਹ ਤਾਂ ਥਾਂ ਥਾਂ ਤੇ ਪਰਮੇਸ਼ਰ ਦੀ ਮਹਿਮਾ ਕਰਦੇ ਨੇ, ਉਹਦੇ ਗੁਣਾਂ ਦਾ ਗਾਣ ਗਾਉਂਦੇ ਨੇ, ਔਰ ਉਹ ਕਹਿੰਦੇ ਨੇ ਕਿ ਪ੍ਰਭੂ ਜੋ ਕੁਝ ਵੀ ਹੈ ਤੇਰੀ ਸਮਰੱਥਾ ਨਾਲ ਬਣਿਆ ਹੋਇਆ। ਇਹ ਤੇਰੇ ਬਲ ਤੇ ਤੇਰੀ ਸਮਰੱਥਾ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਤੇਰੇ ਦੁਆਰਾ ਕੀਤੀ ਗਈ ਹੈ। ਅੱਜ ਆਕਾਸ਼ ਦੇ ਵਿੱਚ ਵੀ ਤੇਰੀ ਮਹਿਮਾ ਪ੍ਰਗਟ ਹੋ ਰਹੀ ਹੈ। ਧਰਤੀ ਦੇ ਉੱਤੇ ਜੀਵ ਜੰਤੂ, ਪਸ਼ੂ ਪੰਛੀਆਂ, ਪੇੜ ਪੌਦਿਆਂ ਦੇ ਵਿੱਚ ਤੇਰੇ ਆਪਣੇ ਲੋਕਾਂ, ਆਪਣੀ ਪਰਜਾ ਦੇ ਵਿੱਚ ਤੇਰੀ ਮਹਿਮਾ ਥਾਂ ਥਾਂ ਤੇ ਪ੍ਰਗਟ ਹੋ ਰਹੀ ਹੈ। ਕਿਉਂਕਿ ਤੂੰ ਜੋ ਸਾਰੀਆਂ ਵਸਤੂਆਂ ਰਚੀਆਂ ਅਤੇ ਉਹ ਤੇਰੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ। ਫਿਰ ਵੇਖੀਏ ਪ੍ਰਕਾਸ਼ ਦੀ ਪੋਥੀ 4 ਅਧਿਆਇ ਦਾ 11 ਵਚਨ ਵੱਲ ਮੈਂ ਫਿਰ ਦੁਹਰਾ ਦਵਾਂ। ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ, ਤੂੰ ਮਹਿਮਾ, ਮਾਣ ਅਤੇ ਸਮਰੱਥਾ ਲੈਣ ਦੇ ਯੋਗ ਹੈ। ਤੈਂ ਜੋ ਸਾਰੀਆਂ ਵਸਤੂਆਂ ਰਚੀਆਂ ਅਤੇ ਉਹ ਤੇਰੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਵੀ ਗਈਆਂ। ਸੋ ਉਹ ਤੇਰੀ ਇਹਨਾਂ ਰਚਨਾ ਦੇ ਵਿੱਚੋਂ ਸਭ ਤੋਂ ਵੱਡੀ ਰਚਨਾ ਤਾਂ ਸਾਰਾ ਕੁਝ ਹੀ ਹੈ ਜੋ ਤੈਨੇ ਬਣਾਇਆ। ਲੋਕਾਂ ਨੂੰ ਕਿਸੇ ਚੀਜ਼ ਦੇ ਗੁਣਾਂ ਦਾ ਨਹੀਂ ਪਤਾ। ਆ ਮਿੱਟੀ, ਇਹ ਮਿੱਟੀ ਤੂੰ ਕਿਉਂ ਚੁੱਕ ਕੇ ਮਿੱਟੀ ਮੂੰਹ ਦੇ ਨਾਲ ਥੁੱਕ ਕੇ ਇੱਕ ਅੰਨੇ ਦੀਆਂ ਅੱਖਾਂ ਨੂੰ ਲਗਾਈ? ਉਹ ਸੁਜਾਖਾ ਹੋ ਗਿਆ ਤੇ ਜਾ ਕੇ ਕਹਿ ਰਹੇ ਜਾ ਸਲੋਮ ਦੇ ਕੁੰਡ 'ਚ ਧੋਇਆ। ਇਹ ਗੱਲ ਦਾ ਕੋਈ ਖਾਸ ਮਤਲਬ ਹੈ? ਆ ਧਰਤੀ ਮਿੱਟੀ, ਜਿਹਨੂੰ ਤੁਸੀਂ ਮਿੱਟੀ ਕਹਿੰਦੇ ਹੋ, ਇਹਦੇ ਵਿੱਚੋਂ ਸੋਨਾ ਹੈ, ਚਾਂਦੀ ਹੈ, ਹੀਰੇ ਨੇ, ਜਵਾਹਰਤ ਨੇ, ਮੋਤੀ ਨੇ, ਔਰ ਇਹਦੇ ਚੋਂ ਹੀ ਤੇਲ ਕੱਢਣਾ ਹੈ, ਇਹਦੇ ਚੋਂ ਸਾਰਾ ਕੁਝ ਹੈ। ਔਰ ਇਸੇ ਮਿੱਟੀ ਤੋਂ ਮਨੁੱਖ ਨੂੰ ਬਣਾਇਆ ਹੈ। ਇਸੇ ਮਿੱਟੀ ਤੋਂ ਅਸੀਂ ਸਾਰੇ ਖਾਣ ਪੀਣ ਦੀਆਂ ਚੀਜ਼ਾਂ ਪਹਿਨਣ ਦੀਆਂ ਬਣਾਈਆਂ ਨੇ। ਤੇ ਅਜੇ ਤੱਕ ਸਾਨੂੰ ਨਹੀਂ ਪਤਾ ਕਿ ਮਿੱਟੀ ਦੀ ਅਹਿਮੀਅਤ ਕੀ ਹੈ।
ਅੱਜ ਪ੍ਰਭੂ ਕਹਿ ਰਿਹਾ ਹੈ, ਜਿੰਨੇ ਗੁਣ ਇਸ ਮਿੱਟੀ ਵਿੱਚ ਨੇ, ਆਪਣੇ ਆਪ ਨੂੰ ਨਿੱਕਾ ਜਿਹਾ ਮਿੱਟੀ ਦੀ ਤਰ੍ਹਾਂ ਸਮਝੋ, ਆਪਣੀ ਅਕਲ ਤੇ ਘਮੰਡ ਨਾ ਕਰੋ। ਉਹਨੇ ਵਾਰ-ਵਾਰ ਕਿਹਾ ਹੈ ਕਿ ਜੋ ਕੁਝ ਤੇ ਤੁਹਾਡੇ ਕੋਲ ਹੈ, ਜੋ ਪਰਮੇਸ਼ਰ ਨੇ ਦਿੱਤਾ ਹੈ, ਉਹਨੂੰ ਆਪਣੇ ਹੱਥਾਂ 'ਚ ਫੜੀ ਰੱਖਿਓ। ਸੋ ਇਸੀ ਗੱਲ ਕਰਕੇ ਇਬਰਾਨੀਆਂ ਦੀ ਪੱਤਰੀ 10 ਅਧਿਆਏ ਦੇ 12 ਵਚਨ ਵੱਲ ਵੇਖੀਏ। ਉਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਇਆ। ਉਹ ਇਸੀ ਕਾਰਨ ਕਰਕੇ ਅਸੀਂ ਇਹ ਦੇਖ ਰਹੇ ਹਾਂ ਕਿ ਕਿੰਨਾ ਵਧੀਕ ਮਸੀਹ ਦਾ ਲਹੂ ਇੰਨਾ ਪਵਿੱਤਰ ਹੈ, ਇੱਕ ਇੰਨਾ ਸ਼ੁੱਧ ਹੈ, ਇੰਨਾ ਸਮਰੱਥੀ ਹੈ, ਜਿਹਨੇ ਸਦੀਵਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚੜਾਇਆ। ਉਹ ਫਿਰ ਤੁਹਾਡੇ ਅੰਦਰ ਨੂੰ, ਤੁਹਾਡੀ ਆਤਮਾ ਨੂੰ, ਤੁਹਾਡੇ ਦਿਲ ਨੂੰ, ਤੁਹਾਡੇ ਵਿਚਾਰਾਂ ਨੂੰ, ਔਰ ਉਹ ਤੁਹਾਡੇ ਸਾਰੇ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ। ਉਹ ਮੁਰਦੇ ਕੰਮ ਕਿਹੜੇ ਨੇ? ਆ ਜੋ ਕੁਝ ਦੁਨੀਆ ਦੇ ਵਿੱਚ ਸਾਰੇ ਤੁਰੇ ਫਿਰੇ ਕਰ ਰਹੇ ਨੇ, ਇਹ ਮੁਰਦੇ ਕੰਮ ਨੇ। ਤੁਸੀਂ ਕਹੋਗੇ ਫਿਰ ਪ੍ਰਭੂ ਦਾ ਕੰਮ ਕੀ ਹੈ? ਪ੍ਰਭੂ ਦਾ ਕੰਮ ਜਰਾ ਵਿਚਾਰ ਤਾਂ ਕਰੋ। ਕੌਣ ਪ੍ਰਭੂ ਦਾ ਕੰਮ ਕਰੇਗਾ? ਜੋ ਅੱਜ ਸੰਸਾਰ ਨੂੰ ਛੱਡ ਕੇ ਉਹਦੇ ਪਿੱਛੇ ਤੁਰੇਗਾ। ਅਸੀਂ ਵੇਖ ਰਹੇ ਹਾਂ ਕਿ ਜਬਦੀ ਦੇ ਪੁੱਤਰ ਯਕੂਬ ਤੇ ਯਹੂਨਾ ਮਾਂ ਨੂੰ ਵੀ ਛੱਡ ਗਏ, ਪਿਓ ਨੂੰ ਵੀ ਛੱਡ ਗਏ, ਜਾਲਾਂ ਨੂੰ ਵੀ ਛੱਡ ਗਏ, ਮੱਛੀਆਂ ਨੂੰ ਵੀ ਛੱਡ ਗਏ, ਘਰ-ਬਾਰ ਨੂੰ ਵੀ ਛੱਡ ਗਏ, ਉਹਦੇ ਪਿੱਛੇ ਤੁਰ ਪਏ। ਤੇ ਅੱਜ ਅਸੀਂ ਕੀ ਛੱਡਿਆ ਪਰਮੇਸ਼ਰ ਦੇ ਲਈ? ਅੱਜ ਪ੍ਰਭੂ ਕਹਿ ਰਿਹਾ ਹੈ ਕਿ ਬਈ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਪਿਆਰ ਕਰਦੇ ਹੋ, ਅੱਜ ਮੇਰੇ ਲਈ ਛੱਡ ਦਿਓ, ਮੈਂ ਤੁਹਾਨੂੰ ਕਬੂਲ ਕਰ ਲੂੰਗਾ। ਅਜੇ ਉਹ ਚੇਤਾ ਕਰੋ, ਮਤੀ ਮਸੂਲੀਏ ਕਰਨੀ। ਪ੍ਰਭੂ ਨੇ ਇੱਕੋ ਹੀ ਲਫ਼ਜ਼ ਬੋਲਿਆ ਸੀ, ਤੂੰ ਮੇਰੇ ਪਿੱਛੇ ਚੱਲ। ਉਹਨੇ ਮਾਂ ਪਿਓ, ਭੈਣ ਭਰਾ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਨਾਲ ਕੋਈ ਸਲਾਹ ਨਹੀਂ ਕੀਤੀ। ਉਹਨੇ ਇਹ ਨਹੀਂ ਸੋਚਿਆ ਮੈਂ ਕਿੰਨਾ ਧਨ ਕਮਾਇਆ। ਪ੍ਰਭੂ ਦਾ ਇੱਕ ਬੋਲ ਸੁਣ ਕੇ ਉਹਦੇ ਪਿੱਛੇ ਚੱਲ ਪਿਆ। ਅੱਜ ਤੁਸੀਂ ਪ੍ਰਭੂ ਦੇ ਕਿੰਨੇ ਬੋਲ ਸੁਣ ਰਹੇ ਹੋ? ਉਹਦੇ ਬੋਲਾਂ 'ਚ ਕਿੰਨੀ ਸਮਰੱਥਾ ਹੈ? ਫਿਰ ਸਾਰਾ ਕੁਝ ਛੱਡ ਕੇ ਆਓ ਅਸੀਂ ਉਹਦੇ ਪਿੱਛੇ ਚੱਲੀਏ। ਇਬਰਾਨੀਆਂ ਦੀ ਪੱਤਰੀ 12 ਅਧਿਆਏ ਦਾ ਪਹਿਲਾ ਵਚਨ, ਆਓ ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਦੇ ਨਾਲ ਸਾਨੂੰ ਫਸਾ ਲੈਂਦਾ ਹੈ, ਪਰੇ ਸੁੱਟ ਕੇ ਉਸ ਦੌੜ ਵਿੱਚ ਸਬਰ ਨਾਲ ਦੌੜੀਏ ਜੋ ਸਾਡੇ ਸਾਹਮਣੇ ਪਈ ਹੋਈ ਹੈ। ਕਿੰਨੀ ਪ੍ਰਭੂ ਦੀ ਵੱਡੀ ਇੱਛਾ ਹੈ। ਸਾਡੇ ਅੱਗੇ ਇੱਕੋ ਹੀ ਦੌੜ ਹੈ। ਦੌੜ ਤਾਂ ਸਾਰੇ ਦੌੜਦੇ ਨੇ। ਚਲੋ ਆਓ ਇਕੱਠੇ ਹੋਈਏ, ਪਹਿਲਾਂ 100 ਗਜ ਦੀ ਦੌੜ ਲਗਾਈਏ, ਦੇਖੀਏ ਕੌਣ ਫਸਟ ਆਉਂਦਾ। ਫਿਰ 200 ਗਜ ਦੀ ਲਗਾਈਏ, ਫਿਰ 500 ਦੀ ਲਗਾਈਏ, ਫਿਰ 1000 ਗਜ ਦੀ ਲਾਈਏ, ਫਿਰ 10 ਕਿਲੋਮੀਟਰ ਦੀ ਲਗਾਈਏ, ਫਿਰ 100 ਕਿਲੋਮੀਟਰ ਦੀ ਲਗਾਈਏ, ਤੇ ਫਿਰ ਅਸੀਂ ਇਹ ਦੌੜ ਨੂੰ ਹਜ਼ਾਰਾਂ ਕਿਲੋਮੀਟਰ ਜਿਹਦੀ ਕੋਈ ਗਿਣਤੀ ਨੇ, ਇਹਨੂੰ ਪੂਰੀ ਮਿੰਟਾਂ ਸਕਿੰਟਾਂ 'ਚ ਕਰਕੇ ਸਵਰਗ ਜਾ ਰਹਾਂਗੇ। ਹਾਲੇਲੂਇਆ, ਆਮੀਨ। ਸੋ ਇਸ ਕਰਕੇ ਆਓ ਅਸੀਂ ਵੀ ਹਰੇਕ ਭਾਰ ਨੂੰ ਜਿਹੜਾ ਤੁਸੀਂ ਲਈ ਬੈਠੇ ਹੋ, ਜਿਹੜੀਆਂ ਜੀਵਨ ਦੀਆਂ ਲਾਲਸਾਵਾਂ ਨੇ, ਅਭਿਲਾਸ਼ਾਵਾਂ ਨੇ, ਔਰ ਜਿਹੜੀਆਂ ਤੁਹਾਨੂੰ ਪ੍ਰਭੂ ਦੇ ਰਸਤੇ ਤੇ ਤੁਰਨ ਨਹੀਂ ਦਿੰਦੀਆਂ, ਇਸ ਭਾਰ ਨੂੰ ਪਰੇ ਸੁੱਟ ਕੇ, ਔਰ ਹਰ ਤਰ੍ਹਾਂ ਦੇ ਪਾਪ ਨੂੰ ਪਰੇ ਸੁੱਟ ਕੇ, ਔਰ ਜਿਹੜੇ ਤੁਹਾਨੂੰ ਪਰਮੇਸ਼ਰ ਦੇ ਰਸਤੇ ਜਾ ਕੇ ਰੁਕਾਵਟ ਬਣੇ ਹੋਏ ਨੇ, ਉਹਨਾਂ ਨੂੰ ਪਰੇ ਸੁੱਟ ਕੇ ਬੜੇ ਸਬਰ ਦੇ ਨਾਲ, ਬੜੇ ਧੀਰਜ ਦੇ ਨਾਲ, ਬੜੀ ਸ਼ਾਂਤੀ ਦੇ ਨਾਲ, ਬੜੇ ਸਮਝ ਦੇ ਨਾਲ, ਬੜੀ ਗਿਆਨ ਦੇ ਨਾਲ, ਬੜੀ ਬੁੱਧੀ ਦੇ ਨਾਲ ਉਹ ਪਰਮੇਸ਼ਰ ਦੀ ਇਸ ਰਸਤੇ ਤੇ ਚੱਲਦੇ ਚੱਲਦੇ ਉਸ ਦੌੜ ਨੂੰ ਪੂਰਾ ਕਰੀਏ। ਸੋ ਆਓ ਅਸੀਂ ਹੁਣ ਆਖਰੀ ਬਚਨ ਵੱਲ ਜਾ ਰਹੇ ਹਾਂ ਕਿ ਜਿਹੜਾ ਇੱਕ ਪ੍ਰਭੂ ਤੁਹਾਨੂੰ ਕੀ ਕਹਿ ਰਿਹਾ ਹੈ, ਇਹ ਪ੍ਰਭੂ ਦੀ ਇੱਛਾ ਹੈ। ਇਬਰਾਨੀਆਂ ਦੀ ਪੱਤਰੀ 12 ਅਧਿਆਏ ਦਾ 2 ਵਚਨ, ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਸ਼ਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਨੇ ਉਸ ਆਨੰਦ ਦੇ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਹੈ, ਆਪਣੀ ਲਾਜ ਨੂੰ, ਸ਼ਰਮ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਏ। ਅਸੀਂ ਧੰਨ ਨੇ ਉਹ ਜਿਹੜੇ ਸੁਬਾਹ ਸਵੇਰੇ ਉੱਠ ਕੇ ਮੂੰਹ ਨੇਰੇ ਆਰਾਧਨਾ ਕਰਕੇ ਪ੍ਰਭੂ ਤੇ ਪ੍ਰਭੂ ਦੇ ਚੇਲਿਆਂ ਨਾਲ ਸੰਗਤੀ ਕਰਦੇ ਨੇ, ਔਰ ਪ੍ਰਭੂ ਤੇ ਪ੍ਰਭੂ ਦੇ ਚੇਲਿਆਂ ਦੇ ਦਰਸ਼ਨ ਕਰਦੇ ਨੇ। ਧੰਨ ਨੇ ਉਹ ਤੁਹਾਡੇ ਵਿਸ਼ਵਾਸ ਨੂੰ ਵਧਾਉਂਦਾ ਜਦੋਂ ਦਰਸ਼ਨ ਕਰਦੇ ਹੋ। ਉਹ ਤੁਹਾਨੂੰ ਸਿੱਖਿਆ ਦਿੰਦਾ ਹੈ ਕਿ ਜਿਵੇਂ ਮੈਂ ਇਹ ਕਹਿ ਕੇ ਆਪਣੀ ਜਾਨ ਦਿੱਤੀ ਕਿ ਜੋ ਜੁਮੇ ਮੇਰੇ ਕੰਮ ਲਾਇਆ ਸੀ ਉਹ ਪੂਰਾ ਹੋਇਆ, ਐਸੇ ਤਰੀਕੇ ਦੇ ਨਾਲ
ਔਰ ਪ੍ਰਭੂ ਤੁਹਾਨੂੰ ਇਹੀ ਗੱਲ ਕਹਿ ਰਿਹਾ ਹੈ ਕਿ ਜਿਹੜਾ ਨਿਸ਼ਚਾ ਦਾ ਕਰਤਾ ਹੈ ਉਹ ਸਾਰਾ ਕੁਝ ਸੰਪੂਰਨ ਕਰਨ ਵਾਲਾ ਹੈ। ਸਾਰਾ ਕੁਝ ਜੋ ਕੁਝ ਤੁਹਾਡੇ ਜੁਮੇ ਕੰਮ ਲਾਇਆ ਉਹ ਤੁਸੀਂ ਪੂਰਾ ਕਰਕੇ ਉਹੀ ਆਨੰਦ ਜਿਹੜਾ ਉਹਦੇ ਅੱਗੇ ਧਰਿਆ ਸੀ ਆਪਣੀ ਜਾਨ ਦੇ ਕੇ ਪ੍ਰਭੂ ਦੇ ਸੱਜੇ ਹੱਥ ਚਲਿਆ ਗਿਆ। ਐਸੀ ਕਰਕੇ ਧੰਨ ਨੇ ਉਹ ਲੋਕ ਜਿਨ੍ਹਾਂ ਨੂੰ ਲੋਕੀ ਬੋਲੀਆਂ ਪ੍ਰਭੂ ਪਿੱਛੇ ਮਾਰਦੇ ਨੇ। ਧੰਨ ਨੇ ਉਹ ਲੋਕ ਜਿਹੜੇ ਉਹਨਾਂ ਨੂੰ ਸ਼ਰਮਿੰਦੇ ਕਰਦੇ ਨੇ। ਧੰਨ ਨੇ ਉਹ ਲੋਕ ਜਿਹੜੇ ਲੋਕਾਂ ਦੀਆਂ ਬੋਲੀਆਂ ਸੁਣਦੇ ਔਰ ਪ੍ਰਭੂ ਯੀਸ਼ੂ ਦੇ ਪਿੱਛੇ ਦੁੱਖ ਸਹਿ ਰਹੇ ਨੇ। ਔਰ ਉਹੀ ਨੇ ਔਰ ਜਿਹੜੇ ਪਰਮੇਸ਼ਰ ਨੇ ਜੋ ਤੁਹਾਡੇ ਜੁਮੇ ਕੰਮ ਲਾਇਆ ਹੈ ਔਰ ਉਹ ਕੰਮ ਨੂੰ ਪੂਰਾ ਕਰਕੇ ਔਰ ਪਰਮੇਸ਼ਰ ਪ੍ਰਭੂ ਦੇ ਕੋਲ ਜਾ ਕੇ ਬੈਠੋਗੇ। ਹਾਲੇਲੂਇਆ, ਆਮੀਨ। ਸੋ ਆਓ ਅਸੀਂ ਪ੍ਰਾਰਥਨਾ ਚਾਹੀਏ। ਹਾਲੇਲੂਇਆ। ਪਿਤਾ ਪਰਮੇਸ਼ਰ, ਪਿਤਰਾਤਮਾ ਪ੍ਰਭੂ, ਤੁਹਾਡਾ ਲੱਖ ਲੱਖ ਸ਼ੁਕਰ ਹੈ ਪ੍ਰਭੂ, ਤੂੰ ਅੱਜ ਸਾਨੂੰ ਉਹ ਰਸਤਾ ਦੱਸਿਆ ਕਿ ਜਿਹਦੇ ਤੇ ਤੁਰਦੇ ਤੁਰਦੇ ਤੇਰੇ ਕੋਲ ਜਾ ਪਹੁੰਚੀਏ। ਪ੍ਰਭੂ ਤੇਰੀ ਦਇਆ ਕਿਰਪਾ ਇਸ ਰਸਤੇ ਤੇ ਦਿਨ ਪ੍ਰਤੀ ਦਿਨ ਵਧਣ ਦੇ ਲਈ ਤੇਰੇ ਲੋਕਾਂ ਦੇ ਉੱਤੇ ਪ੍ਰਭੂ ਪੂਰਨ ਤੌਰ ਦੇ ਉੱਤੇ ਬਣੀ ਰਹੇ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਸਾਰੇ ਲੋਕ ਤੇਰੀ ਸਚਾਈ ਨੂੰ ਜੋ ਇੱਕ ਬਚਨ ਹੈ ਔਰ ਉਹਨੂੰ ਜਾਣਨ ਤੇ ਮੰਨ ਕੇ ਪੂਰਾ ਕਰਨ ਔਰ ਤਾਂ ਕਿ ਪ੍ਰਭੂ ਹਮੇਸ਼ਾ ਉਹਨਾਂ ਦੇ ਜੀਵਨ ਸ਼ਾਂਤੀ ਬਣੀ ਰਹੇ। ਮੈਂ ਪ੍ਰਭੂ ਤੁਹਾਡੇ ਅੱਗੇ ਬੇਨਤੀ ਪ੍ਰਾਰਥਨਾ ਕਰਦਾ ਕਿ ਪ੍ਰਭੂ ਪਰਮੇਸ਼ਰ ਤੂੰ ਮੁਬਾਰਕ ਹੈ ਔਰ ਜਿਹਦੀ ਕਿਰਪਾ ਸਾਡੇ ਤੇ ਹੋਈ ਔਰ ਅਸੀਂ ਤੇਰੇ ਵਿੱਚ ਹਮੇਸ਼ਾ ਕਾਇਮ ਰਹੀਏ। ਮੈਂ ਪ੍ਰਭੂ ਬੇਨਤੀ ਪ੍ਰਾਰਥਨਾ ਕਰਦਾ ਪ੍ਰਭੂ ਤੂੰ ਸੱਚਮੁੱਚ ਪ੍ਰਭੂ ਤੂੰ ਆਕਾਸ਼ਾਂ ਤੇ ਧਰਤੀ ਜੋ ਕੁਝ ਵਿੱਚ ਬਣਾਉਣ ਵਾਲਾ ਹੈ। ਤੇਰਾ ਲੱਖ ਲੱਖ ਸ਼ੁਕਰ ਹੈ ਪ੍ਰਭੂ, ਸਾਰੀ ਧਰਤੀ ਦੇ ਲੋਕਾਂ 'ਚ ਤੂੰ ਆਪਣਾ ਬਣਾਉਣ ਦੇ ਲਈ ਆਪਣੇ ਲੋਕਾਂ ਨੂੰ ਚੁਣਿਆ। ਮੈਂ ਪ੍ਰਾਰਥਨਾ ਕਰਦਾ ਥਾਂ ਥਾਂ ਤੇ ਸਾਰੇ ਲੋਕ ਪ੍ਰਭੂ ਤੇਰੇ ਗੁਣਾਂ ਦਾ ਪ੍ਰਚਾਰ ਕਰਨ ਵਾਲੇ ਹੋਣ। ਮੈਂ ਪ੍ਰਭੂ ਤੁਹਾਡੇ ਅੱਗੇ ਬੇਨਤੀ ਪ੍ਰਾਰਥਨਾ ਕਰਦਾ ਪ੍ਰਭੂ ਤੂੰ ਸੱਚਮੁੱਚ ਤੇਰਾ ਸ਼ੁਕਰ ਕਰਦਾ ਪ੍ਰਭੂ ਕਿ ਤੂੰ ਸੱਚਮੁੱਚ ਪ੍ਰਭੂ ਸਾਨੂੰ ਬਲ ਤੇ ਸਮਰੱਥਾ ਦੀ ਭਰਪੂਰੀ ਦਿੱਤੀ ਹੈ। ਤੁਹਾਨੂੰ ਅੱਜ ਤੱਕ ਸਾਨੂੰ ਜਿਉਂਦੇ ਰੱਖਿਆ, ਤੇਰਾ ਲੱਖ ਲੱਖ ਸ਼ੁਕਰ ਹੈ। ਮੈਂ ਪ੍ਰਭੂ ਤੁਹਾਡਾ ਧੰਨਵਾਦ ਤਾਰੀਫ ਕਰਦਾ ਪ੍ਰਭੂ ਕਿ ਸੱਚਮੁੱਚ ਤੇਰੇ ਦਿੱਤਾ ਹੈ ਜੀਵਨ ਅਸੀਂ ਜੀ ਰਹੇ ਹਾਂ। ਤੂੰ ਅੱਜ ਸਾਨੂੰ ਪ੍ਰਭੂ ਸਾਡੀਆਂ ਅੱਖਾਂ, ਦਿਲ ਦੀਆਂ ਅੱਖਾਂ ਖੋਲ੍ਹਤੀਆਂ ਨੇ, ਦਿਮਾਗ ਦੀਆਂ ਅੱਖਾਂ ਖੋਲ੍ਹਤੀਆਂ ਨੇ ਤਾਂ ਕਿ ਸਾਡੇ ਵਿਚਾਰ ਵੀ ਤੇਰੇ ਵਿਚਾਰ ਵਰਗੇ ਬਣ ਜਾਣ। ਮੈਂ ਪ੍ਰਭੂ ਤੁਹਾਡੇ ਅੱਗੇ ਬੇਨਤੀ ਪ੍ਰਾਰਥਨਾ ਕਰਦਾ ਹਰ ਕੋਈ ਤੇਰੀ ਤਰ੍ਹਾਂ ਭਲਾ ਕਰਨ ਵਾਲਾ ਬਣੇ, ਹਰ ਕੋਈ ਤੇਰੀ ਤਰ੍ਹਾਂ ਦਇਆ ਕਰਨ ਵਾਲਾ ਬਣੇ, ਹਰ ਕੋਈ ਗਰੀਬਾਂ, ਯਤੀਮਾਂ, ਵਿਧਵਾ, ਕੰਗਾਲਾਂ ਤੇ ਤਰਸ ਕਰਨ ਵਾਲਾ ਬਣੇ, ਹਰ ਕੋਈ ਭੁੱਖੇ ਨੰਗਿਆਂ ਦੀ ਨੂੰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਬਣੇ। ਮੈਂ ਪ੍ਰਭੂ ਤੇਰੇ ਅੱਗੇ ਬੇਨਤੀ ਪ੍ਰਾਰਥਨਾ ਕਰਦਾ ਅਸੀਂ ਹਮੇਸ਼ਾ ਤੇਰੇ 'ਚ ਵਾਸ ਕਰੀਏ ਤੇ ਸੱਚਮੁੱਚ ਪ੍ਰਭੂ ਤੂੰ ਤੁਹਾਡੇ ਬਚਨ ਦੇ ਅਨੁਸਾਰ ਤੂੰ ਸਾਨੂੰ ਆਪਣਾ ਭਵਨ ਬਣਾ ਕੇ ਸਾਡੇ ਅੰਦਰ ਵਾਸ ਕੀਤਾ ਹੈ। ਤੇਰਾ ਲੱਖ ਲੱਖ ਸ਼ੁਕਰ ਹੈ ਅਸੀਂ ਤੇਰੇ ਵਿੱਚ ਵਾਸ ਕਰਦੇ ਹਾਂ, ਤੂੰ ਸਾਡੇ ਵਿੱਚ ਵਾਸ ਕਰਦਾ ਹੈ ਔਰ ਪ੍ਰਭੂ ਤੇ ਪਿਤਾ ਤੁਸੀਂ ਇੱਕੋ ਤੇ ਅਸੀਂ ਤੇਰੇ ਵਿੱਚ ਇੱਕ ਬਣੇ ਰਹੀਏ। ਯੀਸ਼ੂ ਦੇ ਸ਼ਕਤੀਸ਼ਾਲੀ ਨਾਮ ਵਿੱਚ ਮੰਗਦਾ, ਆਮੀਨ। ਹਾਲੇਲੂਇਆ। ਪ੍ਰਭੂ ਯੀਸ਼ੂ ਤੁਹਾਡੀ ਕਿਰਪਾ, ਪਿਤਾ ਪਰਮੇਸ਼ਰ ਤੁਹਾਡਾ ਪਿਆਰ, ਪਵਿੱਤਰ ਆਤਮਾ ਤੁਹਾਡੀ ਸੰਗਤੀ ਹਮੇਸ਼ਾ ਹਮੇਸ਼ਾ ਲਈ ਤੁਹਾਡੀ ਆਮਦ ਤੱਕ ਹਰ ਇੱਕ ਦੇ ਜੀਵਨ 'ਚ ਬਣੇ ਰਹਿਣ। ਯੀਸ਼ੂ ਦੇ ਨਾਮ 'ਚ ਮੰਗਦਾ, ਆਮੀਨ।